ट्रायल कोर्ट ਦੇ ਵਿੱਚ ਤੁਸੀਂ ਸਾਰੀ ਪੈਰਵਾਈ ਕਰਦੇ हाँ ਹੋ। जी ਟ੍ਰਾਇਲ ਕੋਰਟ ਵਾਲੇ ਵਕੀਲ ਦੀ ਇੰਨੀ ਚੜ੍ਹਾਈ ਨਹੀਂ ਹੁੰਦੀ ਜਿੰਨੀ ਤੁਹਾਡੀ ਹੈ ਵਜ੍ਹਾ। ਬਹੁਤ ਸਾਰੇ ਵਕੀਲ ਦੋਸਤ ਵੀ ਕਹਿੰਦੇ ਆ ਵੀ ਯਾਰ ਐਡੇ ਸਟੇਟ ਨਾਲ ਸਿੱਧੇ ਪੰਗੇ ਵਾਲੇ ਕੇਸਾਂ 'ਚ ਤੂੰ ਲੈਣਾ, ਜਿੱਥੇ ਤੁਹਾਡੀ ਸਿੱਧੇ ਏਜੰਸੀਜ਼ ਦੇ ਨਾਲ ਤੇ ਹਾਇਰ ਆਫੀਸ਼ੀਅਲ DIG ਵੀ ਲੈਵਲ ਦੇ ਵੀ ਬੰਦੇ ਵੀ ਗਵਾਹੀਆਂ ਲਈ ਆਉਂਦੇ ਆ, ਤੂੰ ਜਿਹੜਾ ਵੀ ਕਰਦਾ ਉਹਨਾਂ ਨੂੰ ਠੋਕ ਕੇ ਨਾ। ਇੱਕ ਸ਼ਬਦ ਹੁੰਦਾ ਐਕਸੀਡੈਂਟਲ, ਹਾਂਜੀ ਤੁਸੀਂ ਐਕਸੀਡੈਂਟਲ ਵਕੀਲ ਹੋ। ਹਾਂ ਕਹਿ ਸਕਦੇ ਹੋ ਤੁਸੀਂ। NIA ਦੇ ਕੇਸਿਸ ਕਿਉਂ ਫੜਦੇ ਹੋ ਤੁਸੀਂ ਸਰ? ਜਿਹੜੇ ਕੰਮ ਨੂੰ ਕੀਤੇ ਆ ਤੁਹਾਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਆ। ਜੇ ਮੈਂ ਇਕੱਲਾ ਢਿੱਡ ਦੀ ਖਾਤਰ ਹੀ ਇਹ ਕੰਮ ਕਰਨਾ ਹੋਵੇ ਸ਼ਾਇਦ ਮੇਰੇ ਲਈ ਬੋਝ ਹੋਵੇ ਵੀ ਕਿੱਧਰ ਯਾਰ ਬੰਦਿਆਂ ਨੂੰ ਹਨਾ। ਉਸ ਢਿੱਡ ਦੇ ਸਵਾਲ ਦੇ ਵਿਚਾਲੇ ਜਿਹੜੇ ਤੁਹਾਡੇ ਤੇ ਸਵਾਲ ਚੁੱਕਦੇ ਆ ਉਹ ਕਹਿੰਦੇ ਫੰਡਿੰਗ ਬਹੁਤ ਆਉਂਦੀ ਮੰਝਪੁਰ ਸਾਹਿਬ। ਤੁਸੀਂ ਕਹਿ ਰਹੇ 10 ਸਾਲ ਤੋਂ ਮੈਂ ਸਰਵਿਲਾਂਸ ਦੇ ਵਿੱਚ ਹੈਗਾ, ਤੁਹਾਡੇ ਤੇ ਨਜ਼ਰ ਆ ਜਾਂਦੀ ਬਿਲਕੁਲ ਹੈ, ਜਿੰਨ ਤੇ ਨਜ਼ਰ ਹੋਵੇ ਉਹਨੂੰ ਨੀਂਦ ਆ ਜਾਂਦੀ ਹੈ। ਇੱਕ ਨਿੱਜੀ ਸਵਾਲ ਕਰ ਲਓ, ਕਰ ਸਕਦੇ। ਕਿੰਨੀ ਜਾਇਦਾਦ ਹੈ ਤੁਹਾਡੇ? ਤੇ ਲੁਧਿਆਣੇ ਵਾਲਾ ਮਕਾਨ ਜਿਹੜਾ ਮੈਂ ਫਾਦਰ ਸਾਹਿਬ ਦੇ ਜਿਹੜੇ ਫੰਡ ਪਏ ਸੀ ਬ੍ਰਦਰ ਨੇ ਤੇ ਹੋਰ ਭਰਾਵਾਂ ਨੇ ਹੈਲਪ ਕੀਤੀ ਤੇ ਮੈਂ ਉਹ ਮਕਾਨ ਆਪਣਾ ਲਿਆ। ਉਸ ਤੋਂ ਇਲਾਵਾ ਮੇਰੇ ਕੋਲ ਕਾਰ ਹੁੰਦੀ ਹੈ ਜਿਹੜੀ ਮੈਂ 3-4 ਸਾਲ ਬਾਅਦ ਬਦਲ ਲੈਂਦਾ। ਤੇ ਸਰ ਮੰਝਪੁਰ ਸਾਹਿਬ ਇਹ ਸਵਾਲ ਕਿਉਂ ਹੁੰਦਾ ਕਿ ਡਾਲਰਾਂ ਦੀ ਮਸ਼ੀਨ ਹੈ ਮੰਝਪੁਰ ਸਾਹਿਬ ਕੋਲ? ਧਮਕੀ ਮਿਲੀ? ਨਹੀਂ ਧਮਕੀ ਨਹੀਂ ਕਦੀ ਕਿਸੇ। ਕਲਾਇੰਟ ਨੇ ਕਿਸੇ ਨੇ ਕਿਹਾ ਵੀ ਭਾਈ ਤੁਸੀਂ ਦਹਿਸ਼ਤਗਰਦਾਂ ਦੇ ਕੇਸ ਲੜਦੇ ਹੋ, ਸਾਡਾ ਕੇਸ ਹੈ ਜਿਹੜਾ ਤੁਹਾਡੇ ਨਾਮ ਜੁੜਨ ਕਰਕੇ ਕਿ ਕਮਜ਼ੋਰ ਨਾ ਹੋ ਜਾਵੇ ਤੇ ਮੈਂ ਤੈਨੂੰ ਛੱਡ ਕੇ ਚੱਲਿਆ ਮੰਝਪੁਰ। ਜਿਹੜੇ ਕਲਾਇੰਟਸ ਹੁੰਦੇ ਉਹਨਾਂ ਨੂੰ ਜ਼ਰੂਰ ਕਈ ਵਾਰੀ ਏਜੰਸੀ ਜਾਂ ਜਿਹੜੀ ਪੁਲਿਸ ਵਾਲੇ ਕਹਿੰਦੇ ਵੀ ਇਹ ਵਕੀਲ ਨਾ ਕਰੋ ਤੁਸੀਂ, ਇਹ ਅੱਤਵਾਦੀਆਂ ਦਾ ਵਕੀਲ ਆ, ਤੁਹਾਡੇ ਤੇ ਟੈਗ ਲੱਗ ਜੂਗਾ ਅੱਤਵਾਦੀਆਂ। ਇੰਡੀਆ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਸਾਡਾ ਸਿਸਟਮ ਹੈ ਨਿਆਂ ਨਹੀਂ ਦਿੰਦਾ, ਤੇ ਤੁਸੀਂ ਉਸੇ ਸਿਸਟਮ ਦੇ ਵਿੱਚ ਰਹਿ ਕੇ ਉਹਨਾਂ ਲਈ ਲੜਾਈਆਂ ਲੜਦੇ ਸੀ। ਨਹੀਂ, ਗੁਰਪਤਵੰਤ ਪੰਨੂ ਦਾ ਤੁਸੀਂ ਜ਼ਿਕਰ ਕੀਤਾ। ਹਾਂਜੀ ਜਿਸ ਤਰੀਕੇ ਦੀ ਉਹ ਸ਼ਬਦਾਵਲੀ ਵਰਤਦੇ, ਉਹਨਾਂ ਦੇ ਵੀਡੀਓ ਸੁਣਦੇ ਆ, ਤੁਹਾਨੂੰ ਲੱਗਦਾ ਕਿ ਉਹ ਠੀਕ ਟਰੈਕ ਨਹੀਂ, ਤੇ? ਮੈਂ ਸਾਰੀਆਂ ਗੱਲਾਂ ਨਾਲ ਨਹੀਂ ਸਹਿਮਤ। ਝੰਡਾ ਲਾ ਦਿਓ ਤੇ ਲਾ ਦਿਓ, ਉਹ ਗੱਲਾਂ ਵੀ ਮੈਂ ਪਰਸਨਲੀ ਤੌਰ ਤੇ ਉਹਦੇ ਖਿਲਾਫ ਆ। ਤੁਸੀਂ ਖਾਲਿਸਤਾਨ ਦੇ ਹਮਾਇਤੀ? ਅਕਾਲ ਤਖਤ ਸਾਹਿਬ ਤੇ ਖਾਲਸਤਾਨ ਜਿੰਦਾਬਾਦ ਦੇ ਨਾਰੇ ਲਾਉਣ ਵਾਲਾ ਮੈਂ ਹੀ ਸੀ ਤੇ ਉਸ ਤੋਂ ਪਹਿਲਾਂ ਲੱਗੇ ਨਹੀਂ ਸੀ ਕਦੀ। ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਪੰਜਾਬ ਦੇ ਵਿੱਚ ਇਸ ਵਕਤ NIA ਦੇ ਕੇਸਸ ਦੀ ਬਹੁਤ ਜ਼ਿਆਦਾ ਗੂੰਜ ਹੈ। NIA ਜਿਸ ਤਰੀਕੇ ਨਾਲ ਜਾਂਚ ਕਰਦੀ ਪਈ ਹੈ ਉਨ ਤੇ ਬਹੁਤ ਸਾਰੇ ਸਵਾਲ ਆ ਜਿਹੜੇ ਉਹ ਲੱਖ ਜਥੇਬੰਦੀਆਂ ਵੱਲੋਂ ਚੁੱਕੇ ਜਾ ਰਹੇ ਆ। ਪਰ ਸਾਡੇ ਨਾਲ ਜਿਹੜੇ ਅੱਜ ਮਹਿਮਾਨ ਸਟੂਡੀਓ ਵਿੱਚ ਮੌਜੂਦ ਹੋਣ ਕਿ NIA ਦੇ ਬਹੁਤੇ ਕੇਸਸ ਉਹਨਾਂ ਕੋਲ ਆ, ਪੰਜਾਬ ਵਿੱਚ ਉਹਨਾਂ ਕੇਸਾਂ ਦੀ ਪੈਰਵਾਈ ਕਰਦੇ ਪਏ ਆ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂ ਕਿ ਜਾਂਚ ਏਜੰਸੀ ਤੇ ਸਵਾਲ ਕਿਉਂ ਉੱਠਦੇ ਪਏ ਆ ਤੇ ਹੋਰ ਕਿਹੜੇ ਸ਼ਖਸ ਹੈਗੇ ਜਿਨ੍ਹਾਂ ਦੇ ਉਹ ਕੇਸ ਲੜਦੇ ਪਏ ਤੇ ਉਹ ਇਹਨਾਂ ਕੇਸਾਂ ਨੂੰ ਹੀ ਕਿਉਂ ਹੱਥ ਪਾਉਂਦੇ ਆ ਜਿਨ੍ਹਾਂ ਵਿੱਚ ਸਵਾਲ ਦਹਿਸ਼ਤਗਰਦੀ ਵਾਲੇ ਉੱਠਦੇ ਆ, ਜਿਨ੍ਹਾਂ ਵਿੱਚ ਸਵਾਲ ਟੈਰਰ ਫੰਡਿੰਗ ਦੇ ਉੱਠਦੇ ਆ, ਜਿਨ੍ਹਾਂ ਵਿੱਚ ਸਵਾਲ ਟਾਰਗੇਟ ਕਿਲਿੰਗ ਦੇ ਉੱਠਦੇ ਆ। ਉਹਨਾਂ ਕੇਸਾਂ ਬਾਬਤ ਗੱਲ ਕਰਾਂਗੇ। ਸਾਡੇ ਨਾਲ ਮੌਜੂਦ ਨੇ ਜਸਪਾਲ ਸਿੰਘ ਮੰਝਪੁਰ ਵਕੀਲ ਨੇ। ਇਹਨਾਂ ਨੇ ਤਕਰੀਬਨ 1.5 ਸਾਲ ਜੇਲ੍ਹ ਵੀ ਕੱਟੀ ਹੈ, ਸਿਆਸਤ ਵਿੱਚ ਵੀ ਗਏ ਆ, ਇਲੈਕਸ਼ਨ ਵਿੱਚ ਵੀ ਲੜੀਆਂ ਨੇ, ਫੈਡਰੇਸ਼ਨ ਵਿੱਚ ਰਹੇ ਨੇ। ਤੇ ਜਸਪਾਲ ਸਿੰਘ ਮੰਝਪੁਰ ਨੂੰ ਧਮਕੀਆਂ ਮਿਲੀਆਂ ਕਿ ਨਹੀਂ ਮਿਲੀਆਂ, ਜਸਪਾਲ ਸਿੰਘ ਮੰਝਪੁਰ ਦਾ ਫੋਨ ਵੀ ਟੇਪ ਹੁੰਦਾ, ਰਿਕਾਰਡ ਹੁੰਦਾ ਕਿ ਨਹੀਂ ਹੁੰਦਾ, ਇਹ ਸਾਰੇ ਸਵਾਲ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ। ਜਸਪਾਲ ਸਿੰਘ ਮੰਝਪੁਰ ਸਾਡੇ ਨਾਲ ਨੇ। ਮੰਝਪੁਰ ਜੀ ਬਹੁਤ ਸਵਾਗਤ ਹੈ ਸਰ ਤੁਹਾਡਾ। ਜੀ ਹੈ, ਧੰਨਵਾਦ। ਕੀ ਹਾਲ ਹੈ ਸਰ ਤੁਹਾਡਾ? ਠੀਕ ਠਾਕ, ਚੜ੍ਹਦੀ ਕਲਾ ਜੀ। NIA ਦੇ ਕੇਸਸ ਲੜਨ ਵਾਸਤੇ ਬਹੁਤ ਜਿਗਰਾ ਚਾਹੀਦਾ ਤੇ ਉਸ ਜਿਗਰੇ ਦੇ ਵਿਚਾਲੇ ਡਰ ਵੀ ਹੁੰਦਾ। ਡਰ ਤੋਂ ਤੁਸੀਂ ਹਮੇਸ਼ਾ ਕਹਿੰਦੇ ਮੈਂ ਪਾਸੇ ਰਹਿਣਾ। ਤੇ NIA ਦੇ ਕੇਸਸ ਕਿਉਂ ਫੜਦੇ ਹੋ ਤੁਸੀਂ ਸਾਰੇ? ਇਨੀਸ਼ੀਅਲ NIA ਦੇ ਨਹੀਂ, UAPA ਦੇ ਕੇਸਿਸ ਸੀ ਮੇਰੇ ਕੋਲ ਆਪ ਵੀ। ਜਿਵੇਂ ਤੁਸੀਂ ਦੱਸਿਆ ਵੀ 1.5 ਸਾਲ ਮੈਂ ਜੇਲ੍ਹ 'ਚ ਵੀ ਰਿਹਾ, ਉਦੋਂ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਦੇ ਨਾਲ ਕੇਸ ਪਿਆ ਸੀ 2009 ਚ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦਾ। ਸੋ NIA ਨੇ ਤਾਂ UAPA ਦੇ ਕੇਸ ਦੇ ਵਿੱਚ ਲੱਗੂਗੀ ਤਾਂ ਇਹਨਾਂ ਨੂੰ ਇਨਵੈਸਟੀਗੇਸ਼ਨ ਮਾਰਕ ਹੋਣੀ ਆ। ਸੋ ਉਦੋਂ ਆਲਰੇਡੀ UAPA ਦੇ ਕੇਸ ਆਪਣਾ ਜਿਹੜਾ ਅਸੀਂ ਫਾਈਟ ਕੀਤਾ ਉਹ ਬਰੀ ਵੀ ਹੋਇਆ। ਫਿਰ ਇਹਦੀ ਮੀਨ ਟਾਈਮ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਉੱਤੇ ਕੇਸ ਜਿਹੜੇ ਬਾਅਦ 'ਚ 2014 'ਚ ਪਏ ਉਹ ਫੋਲੋ ਕੀਤੇ ਬਾਹਰ ਆ ਕੇ ਜੇਲ੍ਹ ਤੋਂ ਬਾਅਦ। ਤੇ ਫਿਰ ਉਹਨਾਂ ਦੇ ਨਾਲ ਹੀ ਰਿਲੇਟਡ ਫਿਰ ਇਹ ਜਿਹੜੇ ਕੇਸ ਟਾਰਗੇਟ ਕਿਲਿੰਗ ਦੇ NIA ਦੇ ਪੰਜਾਬ ਦੇ ਪਹਿਲੇ ਕੇਸ ਸੀਗੇ, ਜਿਹੜੇ 8 ਕੇਸ ਹਰਦੀਪ ਸਿੰਘ ਸ਼ੇਰਾ, ਬੱਗਾ ਤੇ ਜੱਗੀ ਜੌਹਲ ਉਹਨਾਂ ਦੇ ਉੱਤੇ ਸੀਗੇ। ਤੇ ਉਹਦੇ ਨਾਲ ਫਿਰ NIA ਦੇ ਕੇਸਿਸ ਦਾ। ਤੇ ਫਿਰ ਇੱਥੇ ਦਿਨ ਮਿਥਲੇ ਮੋਹਾਲੀ NIA ਸਪੈਸ਼ਲ ਕੋਰਟ ਹੈਗੀ ਆ ਤੇ ਇੱਥੇ ਆਈ ਦਾ ਹਫਤੇ 'ਚ 2 ਦਿਨ ਹੈਗੇ ਆ। ਤੇ ਫਿਰ ਇੱਥੇ ਕੇਸਿਸ ਜਿਹੜੇ ਫਿਰ ਇੱਕ ਲਾਓ ਦੂਜਾ ਲਾਓ, ਫਿਰ ਬਾਕੀ ਪੈਰਵਾਈ ਕਰਨ ਦੀ ਉਹਦੇ 'ਚ ਦੇਖੇ ਦੇ ਆ ਬੰਦੇ ਜੇਲ੍ਹਾਂ 'ਚ ਬੈਠੇ ਵੀ ਆ, ਕਿਹੜਾ ਬੰਦਾ ਪੈਰਵਾਈ ਕਰਦਾ, ਟਾਈਮ ਨਾਲ ਪਹੁੰਚਦਾ, ਫਿਰ ਉਹ ਆਟੋਮੈਟਿਕਲੀ ਫਿਰ ਉਹ ਕੇਸ ਇੱਕ ਤੋਂ ਬਾਅਦ ਫਿਰ ਜਿੱਦਾਂ ਐਕਸਪਰਟਾਈਜ਼ ਹੋ ਜਾਂਦੀ ਆ UAPA ਦੀ, NIA ਦੀ,
ਫਿਰ ਜਿਹੜਾ ਵੀ ਦੇਖਦਾ ਵੀ ਹਾਂ ਵੀ ਵਕੀਲ ਕਰ ਰਿਹਾ ਵਧੀਆ ਠੀਕ ਪੈਰਵਾਈ ਉਹਨਾਂ ਨੂੰ ਚੰਗੀ ਲੱਗਦੀ ਆ, ਤਾਂ ਫਿਰ ਜਿਵੇਂ ਕਈ ਕੇਸਾਂ ਦੇ ਸਪੈਸ਼ਲ ਵਕੀਲ ਹੁੰਦੇ ਆ ਵੀ NDPS ਦੇ ਕੋਈ ਕਰਦਾ, ਕੋਈ 302 ਦੇ ਕਰਦਾ, ਉਹ ਇਸ ਤਰ੍ਹਾਂ ਯਾਨੀ ਕਿ ਆਪ ਵੀ ਹੋਣ ਕਰਕੇ UAPA ਨਾਲ NIA ਕਰਕੇ ਤੇ ਉਹ ਕੇਸ ਵੱਧਦੇ ਹੁਣ ਯਾਨੀ ਕਿ ਇੱਥੇ ਮੁਹਾਲੀ NIA ਕੋਰਟ ਲਗਭਗ ਸਾਰੇ ਕੇਸ ਜਿੰਨੇ NIA ਰਹਿ ਗਏ 2-4 ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਬਹੁਤੇ ਬੰਦੇ ਦੀ ਪੈਰਵਾਈ ਜਿਹੜੀ ਕਰਨ ਦਾ ਹੈਗਾ। ਮੈਂ 2-3 ਸਵਾਲ ਇਹੋ ਜਿਹੇ ਵੀ ਕਰੂੰਗਾ ਤੁਹਾਨੂੰ ਇਸ ਪੂਰੇ ਇੰਟਰਵਿਊ ਜਿਹੜੇ ਤੁਹਾਨੂੰ ਚੁੱਭ ਵੀ ਸਕਦੇ ਆ। ਕੋਈ ਗੱਲ ਨਹੀਂ, ਕੋਈ ਗੱਲ। ਮੰਝਪੁਰ ਜੀ, ਮੇਰਾ ਸਵਾਲ ਇਹ ਹੈ ਕਿ ਟ੍ਰਾਇਲ ਕੋਰਟ ਦੇ ਵਿੱਚ ਤੁਸੀਂ ਸਾਰੀ ਪੈਰਵਾਈ ਕਰਦੇ ਹੋ, ਟ੍ਰਾਇਲ ਕੋਰਟ ਵਾਲੇ ਵਕੀਲ ਦੀ ਇੰਨੀ ਚੜ੍ਹਾਈ ਨਹੀਂ ਹੁੰਦੀ ਜਿੰਨੀ ਤੁਹਾਡੀ ਹੈ, ਵਜ੍ਹਾ? ਨਹੀਂ, ਚੜ੍ਹਾਈ ਵਾਲੀ ਤਾਂ ਕੋਈ ਗੱਲ ਨਹੀਂ, ਉਹਦੇ 'ਚ ਟ੍ਰਾਇਲ ਕੋਰਟ ਦਾ ਜਿਹੜਾ ਕੰਮ ਆ ਥੋੜਾ ਅਸੀਂ ਤਾਂ ਇੰਜੋਏ ਕਰੀਦਾ ਉਸ ਚੀਜ਼ ਨੂੰ। ਜਿੱਦਾਂ ਹੁਣ ਜਿਹੜੀ ਗੱਲ ਲਈ ਟ੍ਰਾਇਲ ਕੋਰਟ ਦਾ ਵਕੀਲ ਲੜਦਾ ਕਈ ਸਾਲ, ਉਹ ਲਾ ਪੁਆਇੰਟ 1-2 ਹੁੰਦੇ ਆ ਜਿਹਦੇ ਵਾਸਤੇ ਸਾਨੂੰ ਜੂਝਣਾ ਪੈਂਦਾ 5-4 ਸਾਲ ਵਾਸਤੇ। ਹਾਈ ਕੋਰਟ ਜਾਂ ਉਦੋਂ ਉੱਤੇ ਸੁਪਰੀਮ ਕੋਰਟ ਉਹ 5-4 ਮਿੰਟ ਦੇ ਵਿੱਚ ਹੀ ਕਲੀਅਰ ਹੁੰਦੀ। ਮੈਂ ਕਈ ਵਾਰੀ ਹਾਈ ਕੋਰਟ ਦੇ ਵਿੱਚ ਜਾਂ ਇਵਨ ਸੁਪਰੀਮ ਕੋਰਟ 'ਚ ਵੀ ਜਿਹੜੀ ਕੋਈ ਖਾਸ ਕੇਸ ਹੁੰਦਾ ਉਹਦੀ ਬਹਿਸ ਸੁਣਨ ਵਾਸਤੇ ਸਪੈਸ਼ਲ ਜਾਈਦਾ, ਤੇ ਉੱਥੇ ਦੇਖੀਦਾ ਵੀ ਜਿਸ ਗੱਲ ਲਈ ਅਸੀਂ ਥੱਲੇ ਕਈ ਸਾਲ ਜੂਝਦੇ ਹੁੰਦੇ ਆ ਉਹ ਗੱਲ 5-4 ਮਿੰਟ 'ਚ ਨਿਬੜ ਜਾਂਦੀ ਸੁਪਰੀਮ ਕੋਰਟ ਦੇ ਵਿੱਚ। ਇਵਨ ਤੁਸੀਂ ਹੁਣ ਜੱਗੀ ਜੌਲ ਦੀ ਲੇਟੈਸਟ ਹੋਈ ਬੇਲ ਦੇਖ ਲਓ, ਜਿਹੜੇ ਗੱਲ ਵਾਸਤੇ ਅਸੀਂ ਥੱਲੇ 4-5 ਸਾਲ ਤੋਂ ਜੂਝ ਰਹੇ ਸੀ, ਅਸੀਂ ਸ਼ੁਰੂ ਤੋਂ ਕਹਿ ਰਹੇ ਸੀਗੇ, ਉਹ ਗੱਲ ਉੱਥੇ ਸੁਪਰੀਮ ਕੋਰਟ 15 ਮਿੰਟਾਂ ਦੇ ਵਿੱਚ ਕਵਰ ਹੋ ਕੇ ਤੇ ਉਹ ਜਿਹੜੀ ਉਹ ਬੇਲ ਉਹਦੀ ਅਪਹੈਲਡ ਹੋ ਗਈ। ਬੇਸਿਕਲੀ ਇਹ ਮੰਨ ਕੇ ਚੱਲੀਏ ਕਿ ਤੁਸੀਂ ਬੇਸ ਬਣਾ ਕੇ ਦਿੰਦੇ ਹੋ। ਬੇਸ ਥੱਲੇ ਟ੍ਰਾਇਲ ਦਾ ਜੇ ਵਧੀਆ ਬਣਿਆ ਹੋਊਗਾ, ਗਵਾਹੀਆਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਸੋਹਣੀ ਹੋਈ ਹੋਊਗੀ, ਜੇ ਲਾ ਪੁਆਇੰਟ ਨੂੰ ਐਪਰੀਸ਼ੀਏਟ ਨਾ ਕਰਕੇ ਕਿਤੇ ਕਨਵਿਕਸ਼ਨ ਵੀ ਹੋ ਜੇ ਤੇ ਉਹ ਆਟੋਮੈਟਿਕਲੀ ਲਾ ਪੁਆਇੰਟ ਜਦੋਂ ਹਾਈ ਕੋਰਟ ਜਾਂ ਹਾਇਰ ਕੋਰਟਸ ਦੇ ਵਿੱਚ ਐਪਰੀਸ਼ੀਏਟ ਹੁੰਦਾ ਤਾਂ ਉਹ ਰਿਲੀਫ ਮਿਲਦਾ ਹੀ ਮਿਲਦਾ। ਹਾਂਜੀ, ਤੁਸੀਂ ਖੁਦ UAPA ਦੇ ਤਹਿਤ ਜੇਲ੍ਹ ਕੱਟੀ ਹੈ, ਤੁਸੀਂ ਖੁਦ ਦੱਸਦੇ ਪਏ ਹੋ ਇਸ ਗੱਲ ਨੂੰ। ਇਸ ਕਰਕੇ ਤੁਹਾਡਾ ਇੰਟਰਸਟ ਹੋਇਆ ਜਾਂ ਤੁਹਾਡੇ ਮਨ ਵਿੱਚ ਇੱਕ ਦਰਦ ਸੀਗਾ ਕਿ ਤੁਸੀਂ ਵਾਰ-ਵਾਰ ਕੌਮ ਦੀ ਗੱਲ ਕਰਦੇ ਹੋ ਕਿਉਂਕਿ ਤੁਹਾਡੀ ਬੈਕਗ੍ਰਾਉਂਡ ਫੈਡਰੇਸ਼ਨ ਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਵੀ ਤੁਹਾਡਾ ਨਾਤਾ ਰਿਹਾ, ਇਸ ਕਰਕੇ ਤੁਹਾਡੇ ਮਨ ਵਿੱਚ ਆਇਆ ਜਾਂ ਇੱਕ ਪ੍ਰੋਫੈਸ਼ਨ ਦੇ ਤੌਰ ਤੇ ਇਹਨੂੰ ਸਮਝਦੇ ਹੋ? ਦੋਨੇ ਚੀਜ਼ਾਂ ਹੀ ਹੁੰਦੀਆਂ। ਮੈਂ 2006 ਦਾ ਪਾਸ ਆਊਟ ਆ ਪੰਜਾਬੀ ਯੂਨੀਵਰਸਿਟੀ ਤੋਂ ਲਾ, ਉਸ ਤੋਂ ਬਾਅਦ ਹੁਸ਼ਿਆਰਪੁਰ ਪ੍ਰੈਕਟਿਸ ਸ਼ੁਰੂ ਕੀਤੀ ਤੇ ਬਾਅਦ ਦੇ ਵਿੱਚ ਫੈਡਰੇਸ਼ਨ 'ਚ ਰਹਿੰਦਾ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਦੀ ਫੈਡਰੇਸ਼ਨ ਦਾ ਜਨਰਲ ਸਕੱਤਰ ਵੀ ਰਿਹਾ ਤੇ ਉਹਨਾਂ ਦੀ ਅਕਾਲੀ ਦਲ ਸ਼੍ਰੋਮਣੀ ਖਾਲਸਾ ਦਲ ਸੀ, ਅਕਾਲੀ ਦਲ ਪੰਚ ਪ੍ਰਧਾਨੀ, ਮਾਨ ਦਲ ਦੇ ਵੀ ਇਲੈਕਸ਼ਨ ਵੀ ਲੜੀ। ਸੋ ਉਸ ਤਰ੍ਹਾਂ ਦੀ ਐਕਟਿਵਿਸਟ ਤਾਂ ਸੀਗਾ ਹੀ। ਤੇ ਨਾਲ ਦੀ ਨਾਲ ਫਿਰ ਜਦੋਂ 2011 'ਚ ਰਿਹਾਈ ਹੋਈ ਨਾਭਾ ਜੇਲ੍ਹ ਤੋਂ, ਤਾਂ ਫਿਰ ਜੇਲ੍ਹ ਦੇ ਵਿੱਚ ਬੰਦੇ ਬੈਠੇ ਸੀ, ਉਹਨਾਂ ਨੂੰ ਸੀਗਾ ਵੀ ਸਾਡੀ ਕੋਈ ਸਹੀ ਪੈਰਵਾਈ ਨਹੀਂ ਹੋ ਰਹੀ ਤੇ ਤੂੰ ਹੁਣ ਕੀ ਕਰਨਾ, ਤੂੰ ਸਾਡੀ ਪੈਰਵਾਈ ਸ਼ੁਰੂ ਕਰ। ਫਿਰ ਮੈਂ ਹੁਸ਼ਿਆਰਪੁਰ ਆਪਣੇ ਦਸੂਹਾ ਛੱਡ ਕੇ ਲੁਧਿਆਣੇ ਹੋ ਗਿਆ ਤੇ ਉੱਥੋਂ ਫਿਰ ਉਹਨਾਂ ਕੇਸਾਂ ਦੀ ਪਹਿਲਾਂ ਪੈਰਵਾਈ ਸ਼ੁਰੂ ਕੀਤੀ ਤੇ ਫਿਰ ਨਾਲ ਦੀ ਨਾਲ ਫਿਰ ਇੰਡੀਪੈਂਡੈਂਟ ਤੌਰ ਤੇ 1-2 ਸਾਲਾਂ ਦੇ ਬਾਅਦ ਜਿਹੜੇ ਆ ਉਹ ਕੇਸ ਜਿਹੜੇ ਲਾਣੇ ਸ਼ੁਰੂ ਕੀਤੇ। ਸੋ ਇੱਕ ਸਕਸੈਸ ਤੋਂ ਬਾਅਦ ਮਹਾਰਾਜ ਨੇ, ਵਾਹਿਗੁਰੂ ਨੇ ਸਫਲਤਾ ਬਖਸ਼ੀਆਂ 1-2 ਕੇਸਾਂ 'ਚ, ਤਾਂ ਫਿਰ ਯਕੀਨ ਵੱਧ ਜਾਂਦਾ ਵੀ ਹਾਂ ਵੀ ਬੰਦਾ ਸਹੀ ਪੈਰਵਾਈ ਕਰਦਾ ਤੇ ਉਹ ਇੰਟਰਸਟ ਵੀ ਆ, ਪ੍ਰੋਫੈਸ਼ਨ ਤਾਂ ਦੋਨੇ ਚੀਜ਼ਾਂ ਹੈਗੀਆਂ। ਇੱਕ ਸ਼ਬਦ ਹੁੰਦਾ ਐਕਸੀਡੈਂਟਲ। ਹਾਂਜੀ, ਤੁਸੀਂ ਐਕਸੀਡੈਂਟਲ ਵਕੀਲ ਹੋ? ਹਾਂ, ਕਹਿ ਸਕਦੇ ਹੋ ਤੁਸੀਂ, ਕਿਉਂਕਿ ਮੈਂ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸੀ, ਮੈਂ ਮਾਸਟਰਸ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਕੀਤੀ। ਮੈਂ ਆਇਆ ਉੱਥੇ PhD ਕਰਨ ਵਾਸਤੇ ਸੀਗਾ, ਪਰ ਜਦੋਂ ਉੱਥੇ ਐਜ ਏ ਫੈਡਰੇਸ਼ਨ ਆਗੂ ਸੀ, ਉਦੋਂ ਜਸਵੀਰ ਆਹਲੂਵਾਲੀਆ ਵਾਈਸ ਚਾਂਸਲਰ ਦੇ ਖਿਲਾਫ ਇੱਕ ਮੁਹਿੰਮ ਚੱਲੀ ਸੀ, ਉਹਦੇ ਵਿੱਚ ਵੀ ਮੋਦੀ ਸੀ, ਤਾਂ ਮੇਰੇ ਉਹਨਾਂ ਨੇ ਯਾਨੀ ਕਿ ਨੰਬਰ ਘਟਾ ਤੇ ਮੈਂ 55 ਵੀ ਸਿਕਿਉਰ ਨਹੀਂ ਕਰ ਸਕਿਆ, 52% ਰਹਿ ਗਏ। ਉਹਦੇ ਕਰਕੇ ਮੈਂ ਨਾ UGC ਨੈਟ ਕੁਝ ਵੀ ਨਹੀਂ ਕਰ ਸਕਦਾ ਸੀ। ਫਿਰ ਲਾਅ 'ਚ ਐਡਮਿਸ਼ਨ ਲੈ ਲਈ, ਪਰ ਉਹ ਵੀ ਇੰਪਰੂਵਮੈਂਟ ਹੋ ਗਈ ਸੀ। ਫਿਰ ਮੈਂ ਪ੍ਰੈਕਟਿਸ ਵੀ ਨਹੀਂ ਸੀ ਕਰਨੀ ਉਸ ਤਰ੍ਹਾਂ, ਪਰ ਫਿਰ ਜੇਲ੍ਹ 'ਚ ਆਪ ਜਾਣਾ ਬਣ ਗਿਆ ਤੇ ਫਿਰ ਸੋਚਿਆ ਵੀ ਹੁਣ ਜਦੋਂ ਮੈਂ 2011 'ਚ ਰਿਹਾ ਹੋ ਗਿਆ, ਭਾਈ ਬਿੱਟੂ ਦੀ ਜ਼ਮਾਨਤ ਨਹੀਂ ਹੋਈ ਤੇ ਇਨ ਦੀ ਮੀਨ ਟਾਈਮ ਵੀ ਕੀ ਕਰਾਂ, ਚਲੋ ਉਹਨਾਂ 'ਚ ਪ੍ਰੈਕਟਿਸ ਕਰ ਲੈਂਦੇ ਆ। ਤੇ ਫਿਰ ਉਹ ਯਾਨੀ ਕਿ ਜਿਵੇਂ ਰਸਤਾ ਬਣਿਆ ਸੀ, ਉਹ ਸਾਰੇ ਕਹਿਣ ਲੱਗੇ ਵੀ ਇਹ ਕੰਮ ਤੈਨੂੰ ਪਹਿਲਾਂ ਕਰਨਾ ਚਾਹੀਦਾ, ਹੁਣ ਤੂੰ ਲੇਟ ਕਿਉਂ ਸ਼ੁਰੂ ਕੀਤਾ। ਇੱਕ ਬੜਾ ਸਟ੍ਰੈਸ ਹੁੰਦਾ, ਬੜੇ ਸੀਰੀਅਸ ਐਲੀਗੇਸ਼ਨ ਹੁੰਦੇ ਜਿਹੜੇ ਬੰਦੇ ਤੁਹਾਡੇ ਕੋਲੇ ਹੁੰਦੇ ਆ। ਹਾਂਜੀ ਹਾਂਜੀ, ਤੁਹਾਡੇ ਕੋਲ ਕੋਈ ਸਾਧ ਨੇ ਤਾਂ ਆਉਣਾ ਨਹੀਂਗਾ। ਬਿਲਕੁਲ, ਜਿਹੜੇ ਕਿਸੇ ਕੇਸਾਂ ਵਿੱਚ ਫਸੇ ਹੋਏ ਉਹਨਾਂ ਨੇ ਆਉਣਾ। ਉਦੋਂ ਇੱਕ ਬੜਾ ਪ੍ਰੈਸ਼ਰ ਰਹਿੰਦਾ, ਪਰ ਮੈਂ ਜਿੰਨੇ ਵਾਰੀ ਵੀ ਤੁਹਾਡੇ ਨਾਲ ਗੱਲ ਕੀਤੀ ਹੈ, ਤੁਹਾਡੇ ਚਿਹਰੇ ਤੇ ਮੁਸਕਰਾਹਟ ਰਹਿੰਦੀ ਦੀ ਵਜ੍ਹਾ? ਨਹੀਂ ਦੇਖੋ, ਇਹ ਹੁਣ ਇੱਕ ਤਾਂ ਕਿਸੇ ਵੀ ਕੰਮ ਲਈ ਜਿੱਦਾਂ ਤੁਸੀਂ ਇਹ ਕੰਮ ਕਰਦੇ ਹੋ ਨਾ, ਜਿਹੜੇ ਕੰਮ ਨੂੰ ਕੀਤਿਆਂ ਤੁਹਾਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਆ, ਤਾਂ ਉਹ ਤੁਹਾਡੇ ਲਈ ਬੋਝ ਨਹੀਂ ਹੁੰਦਾ। ਜੇ ਮੈਂ ਇਕੱਲਾ ਢਿੱਡ ਦੀ ਖਾਤਰ ਹੀ ਇਹ ਕੰਮ ਕਰਨਾ ਹੋਵੇ, ਸ਼ਾਇਦ ਮੇਰੇ ਲਈ ਬੋਝ ਹੋਵੇ ਵੀ ਕਿੱਧਰ ਯਾਰ ਬੰਦਿਆਂ ਨੂੰ ਹੈ ਨਾ ਕਿੱਦਾਂ ਦੇ ਐਲੀਗੇਸ਼ਨ ਹੁੰਦੇ, ਸੀਰੀਅਸ ਐਲੀਗੇਸ਼ਨ ਹੁੰਦੇ ਆ,
ਬਹੁਤ ਸਾਰੇ ਵਕੀਲ ਦੋਸਤ ਵੀ ਕਹਿੰਦੇ ਆ ਵੀ ਯਾਰ ਐਡੇ ਸਟੇਟ ਨਾਲ ਸਿੱਧੇ ਪੰਗੇ ਵਾਲੇ ਕੇਸਾਂ 'ਚ ਤੂੰ ਲੈਣਾ, ਅਸੀਂ ਤਾਂ ਸਾਨੂੰ ਕੋਈ ਕਿੰਨੀ ਵੀ ਫੀਸ ਦੇਵੇ ਅਸੀਂ ਕਦੀ ਵੀ ਇਹੋ ਜਿਹੇ ਕੇਸ ਨਾ ਲਈਏ ਜਿੱਥੇ ਤੁਹਾਡੀ ਸਿੱਧੇ ਏਜੰਸੀਜ਼ ਦੇ ਨਾਲ ਤੇ ਹਾਇਰ ਆਫੀਸ਼ੀਅਲ DIG ਵੀ ਲੈਵਲ ਦੇ ਵੀ ਬੰਦੇ ਵੀ ਗਵਾਹੀਆਂ ਲਈ ਆਉਂਦੇ ਆ, ਤੂੰ ਜਿਹਦਾ ਵੀ ਕਰਦਾ ਉਹਨਾਂ ਨੂੰ ਠੋਕ ਕੇ ਹਨਾ। ਸੋ ਇਹ ਮਹਾਰਾਜ ਦੀ ਕਿਰਪਾ ਹੀ ਆ ਵੀ ਮੈਂ ਆਪਣੀ ਜਿਹੜੀ ਲਿਮਿਟਸ ਆ ਪ੍ਰੋਫੈਸ਼ਨਲ ਲਿਮਿਟਸ ਵੀ ਰੱਖਦਾ, ਤੇ ਜੋ ਮੇਰਾ ਇੱਕ ਐਕਟਿਵਿਸਟ ਦੇ ਤੌਰ ਤੇ ਜੋ ਲਿਮਿਟਸ ਆ ਮੈਂ ਉਹਨੂੰ ਉਸ ਘੇਰੇ ਦੇ ਵਿੱਚ ਆਪਣੇ ਆਪ ਨੂੰ ਰੱਖਾਂ। ਮੈਂ ਉਹ ਤੋਂ ਬਾਅਦ ਨਾ ਗਿਆ, ਨਾ ਹੁਣ ਜਾ ਰਿਹਾ, ਨਾ ਮੇਰਾ ਅੱਗੇ ਕੋਈ ਇਰਾਦਾ ਹੈਗਾ। ਤੁਸੀਂ ਕਿਹਾ ਮਾਨਸਿਕ ਸੰਤੁਸ਼ਟੀ ਲਈ ਮੈਂ ਇਹ ਸਾਰਾ ਕੁਝ ਕਰਦਾ, ਤੇ ਮਾਨਸਿਕ ਸੰਤੁਸ਼ਟੀ ਜੋ ਮਿਲਦੀ ਹੈ ਤਾਂ ਬੰਦੇ ਦੇ ਚਿਹਰੇ ਦੇ ਉੱਤੇ ਰੌਣਕ ਰਹਿੰਦੀ ਹੈ। ਬਿਲਕੁਲ। ਪਰ ਤੁਸੀਂ ਇੱਕ ਢਿੱਡ ਦਾ ਸਵਾਲ ਵੀ ਨਾਲ ਕੀਤਾ। ਉਸ ਢਿੱਡ ਦੇ ਸਵਾਲ ਦੇ ਵਿਚਾਲੇ ਜਿਹੜੇ ਤੁਹਾਡੇ ਦੇ ਸਵਾਲ ਚੁੱਕਦੇ ਆ ਉਹ ਕਹਿੰਦੇ ਫੰਡਿੰਗ ਬਹੁਤ ਆਉਂਦੀ ਮੰਝਪੁਰ ਸਾਹਿਬ ਨੂੰ। ਜਿੰਨੀ ਫੰਡਿੰਗ ਆਉਂਦੀ ਹੈ ਜੀ, ਮੈਂ ਉਹਦੇ ਵਿੱਚ ਮੇਰੇ ਅਕਾਊਂਟਸ ਮੇਨਟੇਨ ਆ, ਮੇਰੀਆਂ ਬੁੱਕਸ ਮੇਨਟੇਨ ਹੁੰਦੀਆਂ, CA ਸਾਡੇ ਹੈਗੇ ਆ, ਅਕਾਊਂਟੈਂਟ ਹੈਗੇ ਆ, ਉਹ ਸਾਰਾ ਹਿਸਾਬ ਰੱਖਦੇ ਆ, ਤੇ ਜਿਹੜਾ ਕੋਈ ਫੰਡਿੰਗ ਦਿੰਦਾ ਉਹਨੂੰ ਹਿਸਾਬ ਦੇ ਦਈਦਾ ਉਹਦਾ। ਜਿਹੜਾ ਹੁਣ ਕਿਸੇ ਨੇ ਕੁਝ ਵੀ ਨਹੀਂ ਕੀਤਾ ਤੇ ਉਹ ਹਿਸਾਬ ਮੰਗੇ, ਉਹਲੇ ਅਸੀਂ ਸਰਕਾਰ ਨੂੰ ਜਵਾਬ ਦੇ ਆ ਜੇ ਕੋਈ ਸਾਨੂੰ ਫੰਡਿੰਗ ਆਉਂਦੀ ਆ। ਉਹ ਸਾਰਾ ਵਾਈਟ ਦੇ ਵਿੱਚ ਤੇ 1 ਨੰਬਰ ਦੇ ਵਿੱਚ ਜੋ ਵੀ ਆਉਂਦਾ ਸਾਡਾ, ਮੇਰਾ ਬਹੁਤਾ ਅਕਾਊਂਟਸ ਸਾਰਾ ਮੈਂ ਘਰ ਦੀ ਸਬਜ਼ੀ ਵੀ ਮੈਨੂੰ ਲੱਗਦਾ ਮੈਂ ਬੈਂਕ ਅਕਾਊਂਟ ਦੇ ਰਾਹੀਂ ਖਰੀਦਾਂਗੇ। ਮੇਰੇ ਕਈ ਵਾਰ ਜੇਬ 'ਚ ਪੈਸੇ ਹੀ ਨਹੀਂ ਹੁੰਦੇ, 500,000 ਰੁਪਈਆ ਹੀ ਹੁੰਦਾ, ਤੇ ਪਰ ਉਹ ਸਾਰਾ ਹਿਸਾਬ ਹੈਗਾ, ਉਹ ਸਾਰਾ ਦੇਈਦਾ ਸਰਕਾਰ ਨੂੰ। ਟੈਕਸ ਵੀ ਸਰਕਾਰ ਨੂੰ ਦੇਈਦਾ, ਜੇ ਬਾਹਰੋਂ ਫੰਡਿੰਗ ਆਉਂਦੀ ਆ ਤੇ ਉਹਦਾ ਟੈਕਸ ਵੀ ਦੇਈਦਾ। ਮੈਂ ਕੋਈ ਚੈਰਿਟੀ ਦੇ ਤੌਰ ਤੇ ਨਹੀਂ ਲੈਂਦਾ, ਅਜੇ ਪ੍ਰੋਫੈਸ਼ਨਲ ਜਿਹੜੀ ਹੈਗੀ ਆ ਉਹ ਫੀਸ ਜਿਹੜੀ ਆ ਜਿਹੜਾ ਕੋਈ ਦਿੰਦਾ ਹੈਗਾ ਕਿਸੇ ਕੇਸ ਦੀ, ਜਾਂ ਕਈ ਪਰਿਵਾਰ ਵੀ ਦਿੰਦੇ ਆ ਆਪਣੇ ਤੌਰ ਦੇ ਉੱਤੇ, ਜਿਵੇਂ ਜੱਗੀ ਜੌਲ ਦਾ ਉਹ ਕੋਈ ਚੈਰਿਟੀ ਤੌਰ ਤੇ ਨਹੀਂ, ਉਹਦਾ ਬ੍ਰਦਰ ਜਿਹੜਾ ਉਹ ਦਿੰਦਾ, ਉਹਦੀ ਫੀਸ ਆ ਉਹ ਸੁਪਰੀਮ ਕੋਰਟ ਹਾਈ ਕੋਰਟ ਜਿਹੜੀ ਵੀ ਹੈਗੀ ਆ। ਸੋ ਸਾਰਾ ਸਰਕਾਰ ਦੀ ਨਿਗਾਹ ਹੁੰਦੀ ਆ। ਮੈਂ ਨਹੀਂ ਸਮਝਦਾ ਵੀ ਸਰਕਾਰ ਨੂੰ ਪਤਾ ਨਹੀਂ ਮੰਝਪੁਰ ਨੂੰ ਕੀ ਫੰਡਿੰਗ ਆਉਂਦੀ ਆ, ਹਵਾਲਾ ਰਾਹੀਂ ਜਾਂ ਉੱਦਾਂ ਕੋਈ ਆਪਾਂ ਕਦੀ ਫੜੇ ਨਹੀਂ। 1 ਨੰਬਰ ਦੇ ਵਿੱਚ ਅਕਾਊਂਟਸ ਮੇਨਟੇਨ ਹੁੰਦੇ ਆ ਤੇ ਉਹਦਾ ਟੈਕਸ ਦਿੱਤਾ ਜਾਂਦਾ ਸਰਕਾਰ ਨੂੰ। ਚਲੋ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਜਸਪਾਲ ਸਿੰਘ ਮੰਝਪੁਰ ਸਾਡੇ ਨਾਲ ਹੈ, ਇਹਨਾਂ ਤੋਂ ਸਾਰੇ ਸਵਾਲ ਲੈਣ ਦੀ ਕੋਸ਼ਿਸ਼ ਕਰਾਂਗੇ। ਇਹੋ ਜਿਹੇ ਕੇਸਾਂ ਨੂੰ ਇਹ ਹੱਥ ਕਿਉਂ ਪਾਉਂਦੇ ਆ, ਲਗਾਤਾਰ ਸਵਾਲ ਇਹਨਾਂ ਤੇ ਉੱਠਦੇ ਆ ਤੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰੂੰਗਾ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਜਸਪਾਲ ਸਿੰਘ ਮੰਝਪੁਰ ਹੋਰੀ ਸਾਡੇ ਨਾਲ ਨੇ। ਮੰਝਪੁਰ ਜੀ, ਵੈਸੇ ਵਕੀਲ ਬੜੇ ਸਵਾਲ ਕਰਦਾ ਜਦੋਂ ਕੇਸ ਲੜਨੇ ਹੁੰਦੇ ਆ, ਅੱਜ ਵਕੀਲ ਨੂੰ ਸਵਾਲ ਹੋ ਰਹੇ, ਕਿਵੇਂ ਲੱਗ ਰਿਹਾ? ਕੋਈ ਗੱਲ ਨਹੀਂ, ਜਵਾਬਦੇਹੀ ਹੈਗੀ ਆ ਮੀਡੀਆ ਦੇ। ਤੁਹਾਡੇ ਵਰਗੇ ਪੱਤਰਕਾਰ ਜਿਹੜੇ ਇੱਕ ਸਹੀ ਪੱਖ ਸਾਹਮਣੇ ਰੱਖਦੇ ਆ, ਉਹਨਾਂ ਨੂੰ ਜਵਾਬ ਦਿੰਦੇ ਚੰਗਾ ਮਹਿਸੂਸ ਹੁੰਦਾ। ਤੇ ਸਵਾਲ ਕੋਈ ਵੀ ਕਰ ਸਕਦਾ, ਪਰ ਉਹਦੀ ਜਿਹੜੀ ਕਰਨ ਦਾ ਜਿਹੜੀ ਟੋਨ ਆ ਉਹ ਸਹੀ ਹੋਣੀ ਚਾਹੀਦੀ। ਮੈਂ ਤਾਂ ਕਦੀ ਕਿਸੇ ਨੂੰ ਇਨਕਾਰ ਹੀ ਕੀਤੀ ਨਹੀਂ। ਚਲੋ, ਤੁਸੀਂ ਇਨਕਾਰ ਨਹੀਂ ਕੀਤਾ। ਇੱਕ ਵਾਰੀ ਤੁਸੀਂ ਕੈਨੇਡਾ ਗਏ ਸੀਗੇ, ਮੈਨੂੰ ਯਾਦ ਹੈ, 2018 ਚ। ਹਾਂ, 2018 ਚ। ਉੱਥੇ ਤੁਹਾਨੂੰ ਇੱਕ ਕਿਹਾ ਗਿਆ ਸੀਗਾ, ਤੁਹਾਨੂੰ ਸੇਫ ਹਾਊਸ ਚ ਲੈ ਕੇ ਗਏ ਸੀਗੇ, ਮੈਨੂੰ ਜਿੱਥੇ ਤੱਕ ਜਾਣਕਾਰੀ ਹੈਗੀ ਹੈ। ਇਹਨੇ ਕੈਨੇਡਾ ਚ ਨਹੀਂ ਲੈ ਕੇ ਗਏ ਸੀ, ਕੈਨੇਡੀਅਨ ਏਜੰਸੀ ਨੇ ਇੱਥੇ ਆ ਕੇ ਫਿਰ ਮੈਨੂੰ ਇੱਥੇ ਆ ਕੇ ਲੈ ਕੇ ਇੱਥੇ ਆ ਕੇ ਮੈਨੂੰ ਸੱਦਿਆ ਸੀਗਾ। ਮੈਂ ਉਹੀ ਜਾਣਨਾ ਚਾਹੁੰਦਾ, ਦੋਨਾਂ ਚ ਹੋਇਆ ਕੀ ਸੀਗਾ? ਉੱਥੇ ਤੁਹਾਨੂੰ ਅਲਰਟ ਕੀਤਾ ਗਿਆ ਸੀਗਾ ਵੀ ਭਾਈ ਤੁਹਾਨੂੰ ਦੇਖਿਆ ਜਾ ਰਿਹਾ, ਸਰਵੇਲੈਂਸ ਤੇ ਤੁਸੀਂ ਵਾਚ ਕੀਤਾ ਜਾ ਰਿਹਾ ਤੁਹਾਨੂੰ? ਮੈਨੂੰ ਇੱਥੇ ਫਿਰ ਸੱਦਿਆ ਸੀ, ਸ਼ਾਇਦ ਰਾਓ ਦੇ IB ਦੇ ਅਧਿਕਾਰੀ ਸੀਗੇ, ਕੋਲ ਹੋਰ ਖੁਫੀਆ ਦੇ ਹੋਣੇ ਆ, ਵੀ ਤੇਰੇ ਨਾਲ ਗੱਲਬਾਤ ਕਰਨੀ, ਤੂੰ ਆਓ। ਮੈਂ 1 ਜਾਂ 2 ਵਾਰੀ ਗਿਆ ਮੈਂ ਦਿੱਲੀ ਕੇਸਾਂ ਦੇ ਸੰਬੰਧੀ ਜਦੋਂ ਜਾਈਦਾ ਸੀ, ਤੇ ਨਾਲ ਫਿਰ ਉਹਨਾਂ ਨੂੰ ਵੀ ਮਿਲ ਲਈਦਾ ਸੀ। 1-2 ਵਾਰ ਉਹਨਾਂ ਨੇ ਸੱਦਿਆ ਵੀ ਅਸੀਂ ਤੇਰਾ ਸਾਰਾ ਵਾਚ ਕੀਤਾ ਕੈਨੇਡਾ ਦੇ ਵਿੱਚ, ਇਨਰ ਮੀਟਿੰਗਸ 'ਤੇ ਕੀ ਹੋਇਆ, ਬਾਹਰ ਕੀ ਹੋਇਆ, ਤੂੰ ਖਾਲਿਸਤਾਨ ਬਾਰੇ ਵੀ ਬੋਲਿਆ ਉੱਥੇ, ਕਿਉਂ ਉੱਥੇ ਵਿਸਾਖੀ ਡੇ ਜਿਹੜੀ ਪਰੇਡ ਹੁੰਦੀ ਆ ਉਹਦੇ 'ਚ ਮੇਨ ਸਟੇਜ ਦੇ ਉੱਤੇ ਮੈਂ ਬੋਲਿਆ ਵੀ ਸੀ, ਤੇ ਉੱਥੇ ਉਹਨਾਂ ਨੇ ਸਤਿਕਾਰ ਵੀ ਕੀਤਾ ਸੀ ਉੱਥੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵਾਲਿਆਂ ਨੇ। ਤਾਂ ਸੋ ਉਹਨਾਂ ਨੇ ਕਿਹਾ ਸੀ ਵੀ ਹਾਂ ਤੂੰ ਠੀਕ ਰਿਹਾ ਉੱਥੇ। ਮੈਂ ਕਿਹਾ ਦੇਖੋ, ਮੈਂ ਇੱਕ ਲੀਗਲ ਸਰਵਿਸਿਜ਼ ਦੇ ਰਿਹਾ, ਤੇ ਜੇ ਤੁਹਾਨੂੰ ਲੱਗਦਾ ਵੀ ਇਹ ਨਹੀਂ ਦੇਣੀਆਂ ਚਾਹੀਦੀਆਂ ਤੇ ਮੈਂ ਇੱਥੇ ਤੁਹਾਡੇ ਕੋਲ ਬਾਰ-ਬਾਰ ਨਹੀਂ ਆਉਣਾ, ਤੁਸੀਂ ਇੱਥੇ ਤਿਹਾੜ ਜੇਲ੍ਹ ਛੱਡ ਦਿਓ ਮੈਨੂੰ, ਤੇ ਮੇਰੇ ਕੋਲ ਇੰਨਾ ਸਮਾਂ ਹੈ ਨਹੀਂਗਾ ਵੀ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇ। ਜੇ ਤਾਂ ਮੈਂ ਕੁਛ ਇਲੀਗਲ ਕਰ ਰਿਹਾ, ਤੁਸੀਂ ਕੇਸ ਫਾਈਲ ਕਰੋ ਮੇਰੇ ਖਿਲਾਫ, ਤੇ ਜੇ ਨਹੀਂ ਹੈਗਾ ਨਹੀਂ ਉੱਦਾਂ ਠੀਕ ਹੈ ਸਾਨੂੰ। ਮੈਂ ਕਿਹਾ ਦੇਖੋ, ਮੈਂ ਲਗਭਗ ਸਾਰੇ ਜਿੰਨੇ ਪੁਰਾਣੇ ਨਵੇਂ ਖਾੜਕੂ ਸਿੰਘ ਹੈਗੇ ਸਾਰਿਆਂ ਦੇ ਸੰਪਰਕ 'ਚ ਜਾਂ ਉਹਨਾਂ ਦੇ ਕੇਸਾਂ ਦੇ ਕਰਕੇ ਉਹਨਾਂ ਦੇ ਮੁਲਾਕਾਤਾਂ ਕਰਦਾ। ਭਾਈ ਜਗਤਾਰ ਸਿੰਘ ਹਵਾਰਾ ਨੂੰ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਹਰਨੇਕ ਸਿੰਘ ਪੱਕ, ਭਾਈ ਦਲਜੀਤ ਸਿੰਘ ਬਿੱਟੂ, ਉਹਨਾਂ ਦਾ ਯੂਨੀਵਰਸਿਟੀ ਟਾਈਮ ਤੋਂ ਹੀ ਉਹਨਾਂ ਦੇ ਨਾਲ ਸੰਪਰਕ ਹੈਗਾ। ਜਥੇਬੰਦੀ ਦਾ ਵੀ ਅਹੁਦੇ ਦਾ ਨਵੇਂ ਕੇਸਾਂ 'ਚ, ਜਿਵੇਂ ਬਾਬਾ ਬਖਸ਼ੀਸ਼ ਸਿੰਘ ਸ਼ਿੰਗਾਰ ਬਲਾਸਟ ਕੇਸ ਸੀਗਾ, ਡਰੋਨ ਵਾਲੇ ਇਹ ਕੇਸ ਹੈਗੇ ਆ, ਬਲਾਸਟ ਕੇਸ ਹੈਗੇ ਕਈ ਹੋਰ, ਵੀ ਸਾਰਿਆਂ ਨੂੰ ਮੈਂ ਲੀਗਲ ਸਰਵਿਸਿਜ਼ ਆਪਣੀ ਲਿਮਿਟ ਰਹਿ ਕੇ ਦੇ ਰਿਹਾ। ਜੇ ਤੁਹਾਨੂੰ ਲੱਗਦਾ ਵੀ ਮੈਂ ਲਿਮਿਟ ਕ੍ਰੋਸ ਕਰ ਰਿਹਾ, ਲੀਗਲ ਏਡ ਤਾਂ ਤੁਸੀਂ ਵੀ ਦਿੰਦੇ ਹੋ, ਜੇ ਨਾ ਵੀ ਮੈਂ ਹੋਵਾਂ ਤੇ ਤੁਹਾਨੂੰ ਵੀ ਵਕੀਲ ਦਾ ਖੜਾ ਕਰਨਾ ਹੀ ਪੈਣਾ।
ਸੋ ਅੱਧਾ ਤਾਂ ਤੁਹਾਡਾ ਹੀ ਕੰਮ ਹੈਗਾ ਜਿਹੜਾ ਵੀ ਲੀਗਲ ਸਰਵਿਸਿਜ਼ ਤੁਸੀਂ ਦੇਣੀਆਂ, ਉਹ ਮੈਂ ਦੇ ਰਿਹਾ ਆਪਣੇ ਤੌਰ ਦੇ ਉੱਤੇ। ਤੇ ਸੋ ਇਹੋ ਜਿਹੀਆਂ ਗੱਲਾਂ ਬਾਤਾਂ ਕਰਕੇ ਉਹਨਾਂ ਨੇ ਹੋਰ ਕਈ ਤਰ੍ਹਾਂ ਦੇ ਸਵਾਲ ਸੀਗੇ, ਫਲਾਣੇ ਬੰਦੇ ਬਾਰੇ ਫਲਾਣੇ ਬੰਦੇ ਬਾਰੇ। ਮੈਂ ਕਿਹਾ ਮਿਲੇ ਹੀ ਆ ਸਾਰਿਆਂ ਨੂੰ, ਮੈਂ ਕਿਸੇ ਨਾਲ ਕੋਈ ਗੁਪਤ ਬੰਦ ਕਮਰਾ ਮੀਟਿੰਗ ਤਾਂ ਕੀਤੀ ਨਹੀਂ। ਇਹ ਤੁਹਾਨੂੰ ਵੀ ਮਿਲ ਰਿਹਾ ਵੀ ਮੈਂ ਜਾ ਕੇ ਦੱਸੂਗਾ ਜਿਹੜਾ ਕੋਈ ਪੁੱਛੂਗਾ ਵੀ ਕੀ ਗੱਲਬਾਤ ਹੋਈ ਆ। ਸੋ ਇਹੋ ਜਿਹੀ ਕੋਈ ਗੱਲ ਨਹੀਂ। ਫਿਰ ਉਹਨਾਂ ਨੇ ਇੱਕ ਦੋ ਵਾਰ ਸੱਦਿਆ, ਜੋ ਮੈਂ ਬਬਾਕ ਉਹਨਾਂ ਨੂੰ ਆਨਸਰ ਦਿੱਤੇ, ਤੇ ਉਹਨਾਂ ਨੇ ਮੁੜ ਕੇ ਨਹੀਂ ਮੈਨੂੰ ਕਦੀ ਸੱਦਿਆ। ਹਾਂ, ਉਹ ਕਹਿੰਦੇ ਵੀ ਯੂ ਆਰ ਅੰਡਰ ਹਾਇਰ ਲੈਵਲ ਸਰਵੇਲੈਂਸ। ਤੇ ਮੈਂ ਕਿਹਾ ਮੈਨੂੰ ਪਤਾ ਆ, ਮੈਂ ਇਸ ਗੱਲ ਤੋਂ ਅਣਜਾਣ ਨਹੀਂ ਹੈਗਾ, ਤੇ ਤੇਰਾ ਫੋਨ ਵੀ ਹੋ ਸਕਦਾ। ਮੈਂ ਕਿਹਾ ਕਰੋ ਜੀ ਫੋਨ, ਮੈਨੂੰ ਕੀ ਹੈ, ਮੈਂ ਕਿਹੜਾ ਕਿਸੇ ਨਾਲ ਕੋਈ ਹਥਿਆਰਾਂ ਦੇ ਲੈਣ ਦੇਣ ਦੀ ਜਾਂ ਕਿਸੇ ਖਾੜਕੂ ਗਤੀਵਿਧੀ ਦੀ। ਮੈਂ ਤਾਂ ਲੀਗਲ ਸਰਵਿਸਿਜ਼ ਦੀ ਜਿਹੜੀ ਅਗਲਾ ਕੇਸ ਬਾਰੇ ਪੁੱਛਦਾ, ਜ਼ਮਾਨਤ ਬਾਰੇ ਪੁੱਛਦਾ, ਉਹਨਾਂ ਦੇ ਪਰਿਵਾਰ ਆ ਜਾਂ ਉਹਨਾਂ ਦੇ ਜੋ ਵੀ ਹੈਗੇ ਆ ਪੈਰਵਾਈ ਵਾਲੇ, ਉਹਨਾਂ ਨਾਲ ਗੱਲਬਾਤ ਹੈਗੀ ਆ। ਜੇ ਤੁਹਾਨੂੰ ਇਤਰਾਜ਼ ਆ, ਤੁਸੀਂ ਉਹਦੇ ਮੁਤਾਬਕ ਕਾਨੂੰਨ ਮੁਤਾਬਕ ਕਾਰਵਾਈ ਕਰ ਸਕਦੇ ਹੋ। ਤੁਸੀਂ ਇੰਨੀ ਸਰਵੇਲੈਂਸ ਦੇ ਵਿੱਚ ਕਿਉਂ? ਕਿਉਂਕਿ ਜਦੋਂ ਜਸੂਸੀ ਵਾਲਾ ਮਾਮਲਾ ਆਉਂਦਾ, ਪੈਗਾਸਸ ਵਾਲਾ, ਉਦੋਂ ਵੀ ਤੁਹਾਡਾ ਜ਼ਿਕਰ ਹੁੰਦਾ ਤੇ ਤੁਸੀਂ ਕਹਿੰਦੇ ਹੋ ਕਿ ਹਾਂ ਮੈਨੂੰ ਸ਼ੱਕ ਤਾਂ ਹੈ ਪਰ ਮੇਰੇ ਕੋਲ ਸਬੂਤ ਨਹੀਂ ਹੈਗੇ। ਇਹ ਸ਼ੱਕ ਤੁਹਾਨੂੰ ਕਿਉਂ ਪੈਂਦਾ ਵੀ ਤੁਹਾਡਾ ਫੋਨ ਰਿਕਾਰਡ ਕੀਤਾ ਜਾ ਸਕਦਾ, ਤੁਹਾਨੂੰ ਸਰਵੇਲੈਂਸ ਤੇ ਰੱਖਿਆ ਗਿਆ? ਉਹਦੇ 'ਚ ਜਿਸ ਤਰ੍ਹਾਂ ਦੇ ਕੇਸ ਹੁੰਦੇ ਆ, ਉਹਨਾਂ ਨੂੰ ਲੱਗਦਾ ਹੁੰਦਾ ਵੀ ਸ਼ਾਇਦ ਕਿਉਂਕਿ ਸ਼ੱਕ ਕਰ ਸਕਦੇ ਆ ਵੀ ਇਹ ਬੰਦਾ ਸੁਨੇਹੇ ਨਾ ਦਿੰਦਾ ਹੋਵੇ ਇੱਕ ਦੂਜੇ ਨੂੰ, ਹੈ ਨਾ, ਵੀ ਉਹਨੂੰ ਵੀ ਮੁਲਾਕਾਤ ਕੀਤੀ, ਫਿਰ ਫਲਾਣੇ ਨੂੰ ਮਿਲਿਆ ਵੀ ਉਹਦੀ ਗੱਲ ਉਹਨੂੰ ਕਹੀ। ਸੋ ਇਸ ਸ਼ੱਕ ਦੇ ਵਿੱਚ ਹੋ ਸਕਦਾ ਵੀ ਉਹ ਕਰਦੇ ਹੋਣ। ਪੈਗਾਸਸ 'ਚ ਵੀ ਉਦੋਂ ਇੱਕ ਮੀਡੀਆ ਗਰੁੱਪ ਹੀ ਸੀ ਜਿਨ੍ਹਾਂ ਨੇ ਮੈਨੂੰ ਦੱਸਿਆ ਸੀ, ਤੇ ਉਹ ਹੈਰਾਨ ਸੀਗੇ, ਪਰ ਮੈਨੂੰ ਹੈਰਾਨੀ ਨਹੀਂ ਹੋਈ। ਮੈਂ ਕਿਹਾ ਤੁਸੀਂ ਹੁਣ ਕਹਿੰਦੇ ਹੋ, ਮੈਂ ਤਾਂ ਸਮਝਦਾ ਮੈਂ ਪਿਛਲੇ 10 ਸਾਲਾਂ ਤੋਂ ਅੰਡਰ ਸਰਵੇਲੈਂਸ ਹੈਗਾ, ਤੇ ਮੈਂ ਕਦੀ ਵੀ ਇਹੋ ਜਿਹਾ ਕੋਈ ਕੰਮ ਕੀਤਾ ਨਹੀਂ, ਨਾ ਗੱਲ ਕੀਤੀ ਜਿਹਦੀ ਮੈਂ ਓਪਨਲੀ ਜ਼ਿੰਮੇਵਾਰੀ ਨਾ ਲੈ ਸਕਾਂ। ਸੋ ਕਰਦੇ ਹੋਣਗੇ, ਉਹਨਾਂ ਦੀਆਂ ਆਪਣੀਆਂ ਹੈਗੀਆਂ ਉਹਨਾਂ ਦੇ ਕੰਮ ਕਰਨ ਦੇ ਢੰਗ, ਵੀ ਕਿਸੇ ਦੇ ਉੱਤੇ ਕਿਵੇਂ ਨਿਗਾਹ ਰੱਖਣੀ ਹੈ। ਤੁਸੀਂ ਕਹਿ ਰਹੇ 10 ਸਾਲ ਤੋਂ ਮੈਂ ਸਰਵੇਲੈਂਸ ਦੇ ਵਿੱਚ ਹੈਗਾ, ਹੋ ਸਕਦਾ ਤੁਸੀਂ ਹਾਂਜੀ ਹਾਂਜੀ ਤੁਹਾਡੇ ਤੇ ਨਜ਼ਰ ਆ ਜਾਣੀ ਕਿ ਬਿਲਕੁਲ। ਤੇ ਜਿੰਨ ਤੇ ਨਜ਼ਰ ਹੋਵੇ ਉਹਨੂੰ ਨੀਂਦ ਆ ਜਾਂਦੀ ਹੈ ਜਦੋਂ ਸ਼ਾਮ ਨੂੰ ਗੁਰਬਾਣੀ ਪੜ੍ਹ ਕੇ ਕੀਰਤਨ ਸੋਲਾ ਮਹਾਰਾਜ ਕਹਿੰਦੇ ਕਰਕੇ ਤੇ ਬਹੁਤ ਨੀਂਦ ਵਧੀਆ ਆਉਂਦੀ, ਥਕਾਵਟ ਹੁੰਦੀ ਹੈ, ਫਿਰ ਨੀਂਦ ਵਧੀਆ ਨਹੀਂ। ਕੰਮ ਕੀਤਾ ਹੋਵੇ ਫੇਰ ਕੋਈ ਇਹੋ ਜਿਹੀ ਸਮੱਸਿਆ ਰਹਿੰਦੀ ਨਹੀਂ। ਧਮਕੀਆਂ ਮਿਲੀਆਂ? ਨਹੀਂ, ਧਮਕੀ ਨਹੀਂ ਕਦੀ ਕਿਸੇ ਨੇ ਇਹੋ ਜਿਹਾ ਤਾਂ ਕਿਸੇ ਨੇ ਕਿਹਾ ਵੀ ਕੇਸ ਛੱਡ ਦੇ। ਹਾਂ, ਜਿਹੜੇ ਕਲਾਇੰਟਸ ਹੁੰਦੇ ਉਹਨਾਂ ਨੂੰ ਜ਼ਰੂਰ ਕਈ ਵਾਰੀ ਏਜੰਸੀ ਜਾਂ ਜਿਹੜੀ ਪੁਲਿਸ ਵਾਲੇ ਕਹਿੰਦੇ ਵੀ ਇਹ ਵਕੀਲ ਨਾ ਕਰੋ ਤੁਸੀਂ, ਇਹ ਅੱਤਵਾਦੀਆਂ ਦਾ ਵਕੀਲ ਆ, ਤੁਹਾਡੇ ਤੇ ਟੈਗ ਲੱਗ ਜੂਗਾ ਅੱਤਵਾਦੀਆਂ ਵਾਲਾ। ਤੇ ਕਈ ਬੰਦੇ ਛੱਡ ਕੇ ਵੀ ਗਏ। ਮੈਨੂੰ ਕੋਈ ਪ੍ਰੋਬਲਮ ਨਹੀਂ, ਜਿਹਨੇ ਹਰੇਕ ਬੰਦੇ ਨੂੰ ਹੱਕ ਆ ਆਪਣੀ ਪਸੰਦ ਦਾ ਵਕੀਲ ਕਰਨ ਦਾ, ਤੇ ਕੋਈ ਵਕੀਲ ਕੇਸ ਦਊਗਾ ਤੇ ਕਰਾਂਗੇ। ਮੈਂ ਕਿਸੇ ਦਾ ਆਪ ਤਾਂ ਵਕੀਲ ਬਣ ਨਹੀਂ ਸਕਦਾ, ਜੇ ਕੋਈ ਮੈਨੂੰ ਵਕੀਲ ਨੂੰ ਵਕਾਲਤਨਾਮਾ ਦਊਗਾ ਤੇ ਮੈਂ ਕੇਸ ਪੈਰਵਾਈ ਕਰ ਸਕਦਾ। ਜਿਹੜਾ ਕੋਈ ਵਕੀਲ ਚੇਂਜ ਕਰਨਾ ਚਾਹੁੰਦਾ ਉਹ ਕਰ ਵੀ ਸਕਦਾ, ਉਹਦੇ 'ਚ ਉਹਦੀ ਮਰਜ਼ੀ ਆ ਹਰੇਕ ਬੰਦੇ ਦੀ, ਕਿਹਨੇ ਕਿਹਨੂੰ ਵਕੀਲ ਕਰਨਾ। ਕਿਸੇ ਨੇ ਕਲਾਇੰਟ ਨੇ ਕਿਸੇ ਨੇ ਕਿਹਾ ਵੀ ਭਾਈ ਤੁਸੀਂ ਦਹਿਸ਼ਤਗਰਦਾਂ ਦੇ ਕੇਸ ਲੜਦੇ ਹੋ, ਜਾਂ ਸਾਡਾ ਕੇਸ ਹੈ ਜਿਹੜਾ ਤੁਹਾਡੇ ਨਾਮ ਜੁੜਨ ਕਰਕੇ ਕਿ ਕਮਜ਼ੋਰ ਨਾ ਹੋ ਜਾਵੇ ਤੇ ਮੈਂ ਤੈਨੂੰ ਛੱਡ ਕੇ ਚੱਲਿਆ ਮੰਜਪੁਰ, ਇਹੋ ਜਿਹਾ ਤਾਂ ਨਹੀਂ ਕਿਸੇ ਨੇ ਕਿਹਾ ਕਦੀ ਵੀ। ਹਾਂ, ਹੋ ਸਕਦਾ ਉਹਦੇ ਮਨ 'ਚ ਹੋਵੇ, ਉਹ ਛੱਡ ਕੇ ਚੱਲ ਗਿਆ ਹੋਵੇ, ਤੇ ਗੱਲ ਵੱਖਰੀ ਹੈ। ਪਰ ਕਈ ਸਾਲ ਬਾਅਦ ਵੀ ਬੰਦੇ ਘੁੰਮ ਕੇ ਆਏ ਵੀ ਜੋ ਤੁਸੀਂ ਲੀਗਲ ਐਡਵਾਈਸ ਕੀਤਾ ਸੀ ਤੇ ਉਹ ਸਾਨੂੰ ਹੁਣ ਸਮਝ ਆਈ ਆ ਵੀ ਉਹ ਠੀਕ ਸੀ, ਪਰ ਹੁਣ ਤੁਸੀਂ ਸਾਡਾ ਕੇਸ ਲੜੋ। ਸਾਲ ਬਾਅਦ 6 ਮਹੀਨੇ ਬਾਅਦ ਵੀ ਬੰਦੇ ਘੁੰਮ ਕੇ ਜਿਹੜੇ ਆ ਉਹ ਆ ਜਾਂਦੇ ਆ ਵੀ ਨਹੀਂ ਤੁਸੀਂ, ਕਿਉਂਕਿ ਮੈਂ ਕਿਸੇ ਨੂੰ ਝੂਠਾ ਲਾਰਾ ਨਹੀਂ ਲਾਉਂਦਾ ਵੀ ਹਾਂ ਤੇਰੀ 10 ਦਿਨਾਂ ਜ਼ਮਾਨਤ ਹੋ ਜੀ। ਮੈਂ ਤਾਂ ਪਹਿਲਾਂ ਕਹਿੰਦਾ ਵੀ ਜੇ UAPA ਦਾ ਕੇਸ ਪੈ ਗਿਆ 6 ਮਹੀਨੇ ਆਰਾਮ ਨਾਲ ਬਹਿ ਜਾਓ ਜੇਲ੍ਹ 'ਚ, ਨਾ ਕਿਸੇ ਨੇ ਜ਼ਮਾਨਤ ਦੇਣੀ, ਕੁਛ ਨਹੀਂ ਹੋਣਾ। ਚਲਾਨ ਉਡੀਕੋ, ਚਲਾਨ ਆਊਗਾ, ਉਹ ਪੜ੍ਹ ਕੇ ਫਿਰ ਅੱਗੇ ਕੁਛ ਨਾ ਕੁਛ ਰਾਹ ਖੁੱਲ੍ਹ ਸਕਦਾ। ਸੋ ਸਹੀ ਸਲਾਹ ਦੇਣ ਦਾ ਫਾਇਦਾ ਇਹ ਹੁੰਦਾ ਵੀ ਤੁਹਾਡੇ ਮਨ ਤੇ ਬੋਝ ਨਹੀਂ ਰਹਿੰਦਾ। ਜਿਹੜੀ ਤੁਸੀਂ ਨੀਂਦ ਦੀ ਗੱਲ ਕੀਤੀ ਹੈ, ਕਿਸੇ ਨੂੰ ਝੂਠੀ ਸਲਾਹ ਦਿੱਤੀ ਹੋਵੇ, ਬੰਦਾ 20 ਸਕੀਮਾਂ ਲਾਉਂਦਾ, ਸਹੀ ਸਲਾਹ ਦਿੱਤੀ ਦਾ ਪਤਾ ਹੁੰਦਾ ਵੀ ਠੀਕ ਹੈ ਭਾਈ ਅਸੀਂ ਸਹੀ ਸਲਾਹ ਦਿੱਤੀ ਹੈ ਤੇ ਇਹਨੂੰ ਅੱਜ ਨਹੀਂ ਤੇ ਕੱਲ ਸਮਝ ਆ ਜਾਊ। ਕਿਉਂਕਿ ਬੰਦਾ ਜਿਹੜਾ ਜੇਲ੍ਹ 'ਚ ਹੁੰਦਾ, ਉਹਦਾ ਜਿਹੜਾ ਪਿੱਛੇ ਪੈਰਵਾਈ ਵਾਲਾ ਹੁੰਦਾ, ਉਹਦੇ ਤੇ ਇੱਕੋ ਹੀ ਹੁੰਦਾ ਵੀ ਕਿਸੇ ਤਰ੍ਹਾਂ ਸਾਡਾ ਬੰਦਾ ਬਾਹਰ ਆ ਜਾਵੇ। ਤੇ ਮੈਂ ਕਦੀ ਉਹਨੂੰ ਉਹਦੀ ਉਸ ਜਿਹੜੀ ਮਨੋਦਸ਼ਾ ਦਾ ਯਾਨੀ ਕਿ ਕੋਈ ਲਾਭ ਨਹੀਂ ਉਠਾਉਣਾ ਚਾਹੁੰਦਾ ਹੁੰਦਾ ਵੀ ਹਾਂ ਇਸ ਲੈਵਲ ਤੇ ਜਿਹੜਾ ਕਿ ਕਈ ਆਮ ਤੌਰ ਤੇ ਸਾਡੇ ਵਕੀਲ ਭਾਈਚਾਰੇ ਤੇ ਇਲਜ਼ਾਮ ਲੱਗਦਾ ਵੀ ਬੰਦਾ ਕਹਿੰਦਾ ਲਿਆਓ ਜੀ ਕੱਢੋ 50,000 ਕੱਢੋ ਲੱਖ ਰੁਪਈਆ ਹੁਣੇ ਜ਼ਮਾਨਤ ਕਰਾਈਏ। ਇਹੋ ਜੀ ਜਿਹੜੀ ਹੁਣੀ ਨਹੀਂ ਹੁੰਦੀ, ਮੈਂ ਕਦੀ ਉਹ ਕਿਹਾ ਨਹੀਂ। ਸੋ ਉਸ ਕਰਕੇ ਉਹ ਵੀ ਸੁਖੀ ਰਹਿੰਦਾ ਬੰਦਾ, ਤੇ ਮੈਂ ਤਾਂ ਫਿਰ ਜ਼ਿਆਦਾ ਸੁਖੀ ਰਹਿੰਦਾ ਹੀ ਹਾਂ। ਇੱਕ ਨਿੱਜੀ ਸਵਾਲ ਕਰ ਲਾਂ? ਕਰ ਸਕਦੇ। ਕਿੰਨੀ ਜਾਇਦਾਦ ਹੈ ਤੁਹਾਡੇ ਕੋਲ? ਇਹ ਮੇਰੇ ਕੋਲ ਮੇਰਾ ਮਕਾਨ ਹੈ ਇੱਕ ਲੁਧਿਆਣੇ ਦੇ ਵਿੱਚ। ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹ ਪੰਜਾਬ ਮੰਡੀ ਬੋਰਡ 'ਚ SDO ਰਿਟਾਇਰ ਹੋਏ ਸੀਗੇ, ਤੇ ਉਹਨਾਂ ਦੀ ਡੈਥ ਹੋਈ 2012 'ਚ, ਚੜ੍ਹਾਈ ਕਰ ਗਏ ਸੀ। ਉਹਨਾਂ ਦੀ ਕਿਡਨੀ ਫੇਲੀਅਰ ਸੀਗਾ, 10 ਸਾਲ ਉਹ ਡਾਇਲਾਸਿਸ ਤੇ ਸੀਗੇ। ਤੇ ਸੋ ਉਹਨਾਂ ਦੇ ਜੋ ਇੱਕ SDO ਨੂੰ ਫੰਡਿੰਗ, ਉਹਨਾਂ ਦੇ ਫੰਡ ਪਏ ਹੋਏ ਸੀ, ਤੇ ਬ੍ਰਦਰ ਨੇ ਵੱਡੇ ਨੇ, ਸਾਡੀ ਜ਼ਮੀਨ ਹੈਗੀ ਆ
ਪਹਿਲਾਂ ਮੰਝਪੁਰ ਪਿੰਡ ਸੀ, ਉਹ ਵੇਚ ਕੇ ਫਿਰ ਸਾਡੀ ਦਸੂਹੇ ਲਾਗੇ ਜ਼ਮੀਨ ਆ, ਉਹ ਸਾਡੇ ਭਰਾਵਾਂ ਦੀ ਸਾਂਝੀ ਆ। ਫਾਦਰ ਸਾਹਿਬ ਨੇ ਲਏ ਸੀ 8 ਖੇਤ, ਉਹ 'ਚੋਂ 1 ਕਿੱਲਾ ਮੇਰੇ ਨਾਂ ਤੇ ਸੀ, 1 ਬ੍ਰਦਰ ਤੇ, ਬਾਕੀ ਸਾਡੀ ਮਦਰ ਦੇ ਨਾਂ ਤੇ ਆ। ਮਕਾਨ ਸਾਡੀ ਮਦਰ ਦੇ ਨਾਂ ਤੇ ਦਸੂਹੇ, ਤੇ ਲੁਧਿਆਣੇ ਵਾਲਾ ਮਕਾਨ ਜਿਹੜਾ ਮੈਂ ਉਹ 2013 ਦੇ ਵਿੱਚ ਫਾਦਰ ਸਾਹਿਬ ਦੇ ਜਿਹੜੇ ਫੰਡ ਪਏ ਸੀ ਬ੍ਰਦਰ ਨੇ ਤੇ ਹੋਰ ਭਰਾਵਾਂ ਨੇ ਹੈਲਪ ਕੀਤੀ, ਤੇ ਮੈਂ ਉਹ ਮਕਾਨ ਆਪਣਾ ਲਿਆ। ਉਸ ਤੋਂ ਇਲਾਵਾ ਮੇਰੇ ਕੋਲ ਕਾਰ ਹੁੰਦੀ ਹੈ ਜਿਹੜੀ ਮੈਂ 3-4 ਸਾਲ ਬਾਅਦ ਬਦਲ ਲੈਂਦਾ, ਉਹ 3-4 ਸਾਲਾਂ 'ਚ 1.5-2 ਲੱਖ ਕਿਲੋਮੀਟਰ ਚੱਲ ਜਾਂਦੀ ਹੈ, ਤੇ ਇਸ ਕਰਕੇ ਉਹ ਬਦਲ ਲਈ। ਹੋਰ ਬਾਕੀ ਜੋ ਗਹਿਣੇ ਹੁੰਦੇ ਘਰਦਿਆਂ ਕੋਲ, ਉਹ ਜਿਹੜੇ ਹੁੰਦੇ ਸਾਡੇ ਕੋਲ ਪਰਿਵਾਰ ਕੋਲ। ਫਿਰ ਮੰਝਪੁਰ ਸਾਹਿਬ ਇਹ ਸਵਾਲ ਕਿਉਂ ਹੁੰਦਾ ਕਿ ਡਾਲਰਾਂ ਦੀ ਮਸ਼ੀਨ ਹੈ ਮੰਝਪੁਰ ਸਾਹਿਬ ਕੋਲੇ? ਚਲੋ ਮਸ਼ੀਨ ਆ ਤੇ ਲੈ ਲਓ। ਮੈਂ ਤਾਂ ਦੇਖੋ ਕਈ, ਚਲੋ ਇਹ ਸੋਸ਼ਲ ਮੀਡੀਆ ਦਾ ਥੋੜਾ ਜਿਹਾ ਹੁੰਦਾ ਜਿਹ 'ਚ ਕਹਿੰਦੇ ਵੀ ਬਹੁਤ ਪੈਸੇ ਆਉਂਦੇ, ਮੈਂ ਤਾਂ ਉੱਥੇ 1-2 ਵਾਰ ਜਵਾਬ ਹੀ ਦਿੰਦਾ, ਫਿਰ ਟਾਈਮ ਨਹੀਂ ਹੁੰਦਾ। ਤੇ ਉਹ ਮੈਂ ਤਾਂ ਓਪਨ ਚੈਲੰਜ ਕਰਨਾ ਵੀ ਜਿਹਨੇ ਕਿਸੇ ਨੇ ਦਿੱਤੇ ਆ ਮੈਨੂੰ ਪੈਸੇ, ਉਹ ਹਿਸਾਬ ਮੰਗ ਲਵੇ ਮੇਰੇ ਕੋਲ। ਜੇ ਕੋਈ ਜੇਲ੍ਹ 'ਚ ਬੈਠਾ ਬੰਦਾ ਕਹੇ ਵੀ ਸਾਡੇ ਪਰਿਵਾਰ ਕੋਲੋਂ ਮੰਗੇ ਆ ਜਾਂ ਸਾਡੇ ਕੋਲ ਨਜਾਇਜ਼ ਮੰਗੇ ਜਾਂ ਕਿਸੇ ਦੇ ਨਾਂ ਤੇ ਦਿੱਤੇ, ਤਾਂ ਸੈਟੀਸਫਾਈਡ ਨਹੀਂ ਮੇਰੀ ਸਰਵਿਸ ਤੋਂ, ਵਿਦ ਇੰਟਰਸਟ 18% 20% ਮੈਂ ਉਹਨੂੰ ਵਾਪਸ ਕਰ ਦੂੰਗਾ ਜੇ ਕੋਈ ਪ੍ਰੂਵ ਕਰੇ ਵੀ ਮੈਂ ਕਿਸੇ ਕੋਲ ਪੈਸੇ ਲਏ ਤੇ ਉਹਦਾ ਕੰਮ ਨਹੀਂ ਕੀਤਾ। ਸੋ ਮੇਰਾ ਇਹ ਦਾਵਾ ਤੇ ਚੈਲੰਜ ਆ, ਜੇ ਤੁਹਾਨੂੰ ਜਾਂ ਕੋਈ ਕਹਿੰਦਾ ਵੀ ਮੰਝਪੁਰ ਡਾਲਰ ਇਕੱਠੇ ਕਰਦਾ, ਪਾਉਂਡ ਇਕੱਠੇ ਕਰਦਾ, ਸੋ ਭਾਈ ਮੇਰੇ ਵੀ ਖਰਚੇ ਹੈਗੇ, ਮੇਰੇ ਪ੍ਰੋਫੈਸ਼ਨਲ ਖਰਚੇ ਬਹੁਤ ਜ਼ਿਆਦਾ ਹੈਗੇ ਆ। ਮੈਨੂੰ ਲੱਗਦਾ ਵੀ ਮੈਂ ਉਹਨੇ ਦੀ ਰੋਟੀ ਨਹੀਂ ਖਾਂਦਾ ਜਿੰਨੀ ਮੇਰੀ ਗੱਡੀ ਤੇਲ ਪੀ ਜਾਂਦੀ ਆ। ਸਾਲ ਦੇ ਵਿੱਚ ਲਗਭਗ 2.5-3 ਲੱਖ ਰੁਪਏ ਦਾ ਗੱਡੀ 'ਚ ਤੇਲ ਪੈਂਦਾ। ਮੈਨੂੰ ਲੱਗਦਾ ਅੱਜ ਤੋਂ ਬਾਅਦ ਤੁਹਾਨੂੰ ਕੋਈ ਸਵਾਲ ਨਹੀਂ ਕਰੂਗਾ। ਚਲੋ ਇਹ ਤੁਹਾਡੀ, ਹੁਣ ਤੁਸੀਂ ਇਹ ਕਰਤਾ ਤੇ ਹੁਣ ਹੋਰ ਨਾ ਕਰੇ ਤੇ ਕੁਝ, ਜੇ ਕੋਈ ਕਰੂਗਾ ਕੋਈ ਗੱਲ ਨਹੀਂ, ਮੈਂ ਦੇ ਸਕਦਾ ਜਵਾਬ। ਹਾਂਜੀ ਚਲੋ ਮੈਂ ਇੱਕ ਛੋਟਾ ਜਿਹਾ ਹੋਰ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਵਾਪਸ ਆਵਾਂ ਕਿ ਮੰਝਪੁਰ ਸਾਹਿਬ ਦੇ ਨਿੱਜੀ ਜੀਵਨ ਬਾਰੇ, ਮੰਝਪੁਰ ਸਾਹਿਬ ਦੇ ਪ੍ਰੋਫੈਸ਼ਨ ਬਾਰੇ ਤੇ ਮੰਝਪੁਰ ਸਾਹਿਬ ਤੇ ਉੱਠਦੇ ਸਵਾਲਾਂ ਬਾਰੇ ਅਸੀਂ ਉਹਨਾਂ ਨੂੰ ਤਕਰੀਬਨ ਹਰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਉਹ ਕੇਸ ਲੜਦੇ ਪਏ ਹੈਗੇ ਆ ਉਹਨਾਂ ਬਾਰੇ ਵੀ ਗੱਲਬਾਤ ਕਰਾਂ ਕਿ ਇੱਕ ਵਕੀਲ ਦੀ ਨਜ਼ਰ ਵਿੱਚ ਸਾਰੇ ਇਨੋਸੈਂਟ ਹੁੰਦੇ ਆ ਜਿਹੜੇ ਉਹਨਾਂ ਦੇ ਕੋਲੇ ਉਹਨਾਂ ਦੇ ਕਲਾਇੰਟ ਹੁੰਦੇ ਆ, ਪਰ ਨਿੱਜੀ ਤੌਰ ਤੇ ਵਕੀਲ ਨੇ ਅੱਜ ਕੀ ਦੱਸਣਾ ਉਹ ਸ਼ਾਇਦ ਪਹਿਲੀ ਵਾਰ ਦੱਸਣਗੇ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਜਸਪਾਲ ਜੀ, ਵੈਸੇ ਤੁਹਾਡੇ ਲਈ ਸਾਰੇ ਇਨੋਸੈਂਟ ਹੁੰਦੇ ਆ ਵੀ ਤੁਹਾਡੇ ਕਲਾਇੰਟ ਆ, ਉਹ ਤੁਹਾਡੇ ਕੋਲੇ ਆਏ ਆ। ਹਾਂਜੀ, ਪਰ ਜੇ ਤੁਸੀਂ ਆਪਦੇ ਪ੍ਰੋਫੈਸ਼ਨ ਤੋਂ ਹਟ ਕੇ ਪਰਸਨਲੀ ਨਿੱਜੀ ਤੌਰ ਤੇ ਇਹ ਦੱਸ ਸਕੋ ਕਿ ਕੋਈ ਇਹੋ ਜਿਹਾ ਸ਼ਖਸ ਤੁਹਾਡੇ ਕੋਲੇ ਸੀ ਜਿਹਦਾ ਕੇਸ ਸੀਗਾ ਤੇ ਉਹਦਾ ਬਹੁਤ ਵੱਡਾ ਕ੍ਰਾਈਮ ਸੀਗਾ, ਪਰ ਮੰਝਪੁਰ ਸਾਹਿਬ ਨੇ ਉਸ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕੀਤੀ, ਦੱਸ ਸਕਦੇ ਹੋ ਜਾਂ ਨਹੀਂ? ਨਹੀਂ ਦੇਖੋ, ਇਹਦੇ 'ਚ ਮੈਂ ਕਦੀ ਕਿਸੇ ਨੂੰ ਇਸ ਤਰ੍ਹਾਂ ਇੰਟਰਵਿਊ ਨਹੀਂ ਕੀਤਾ, ਪੁੱਛਿਆ ਨਹੀਂ ਵੀ ਹਾਂ ਵੀ ਤੂੰ ਕਿੱਦਾਂ ਮਾਰੀ ਗੋਲੀ ਜਾਂ ਕਿੱਦਾਂ ਕੀਤਾ। ਕਿਉਂਕਿ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈਗਾ, ਇੰਡੀਅਨ ਜੁਡੀਸ਼ੀਅਲ ਸਿਸਟਮ ਹੈਗਾ, ਉਹਦੇ ਵਿੱਚ ਐਵਰੀ ਪਰਸਨ ਜਿਹੜਾ ਡਿਕਲੇਅਰ ਇਨੋਸੈਂਟ ਹੈ ਟਿਲ ਪ੍ਰੂਵਨ ਗਿਲਟੀ। ਸੋ ਉਹਦੇ 'ਚ ਪਰਸਨਲੀ ਜੇ ਦੇਖੀਏ ਤੇ ਉਹ 'ਚ ਵਕੀਲ ਨੂੰ ਵੀ ਪਹਿਲਾਂ ਪਤਾ ਹੁੰਦਾ ਵੀ ਇਹਨੇ ਕੀਤਾ ਜਾਂ ਨਹੀਂ ਕੀਤਾ, ਜਾਂ ਕਿੰਨਾ ਕਿਹਦਾ ਹੱਥ ਹੈਗਾ ਕਿਸੇ ਕ੍ਰਾਈਮ ਦੇ ਵਿੱਚ। ਜੱਜ ਨੂੰ ਵੀ ਇਹ ਮੋਸਟਲੀ ਜਿਹੜਾ ਐਕਸਪੀਰੀਅੰਸ ਸੀਨੀਅਰ ਜੱਜ ਹੁੰਦੇ ਨੇ ਪਤਾ ਹੁੰਦਾ ਵੀ ਇਹ ਬੰਦੇ ਨੇ ਕੀਤਾ ਕਿ ਨਹੀਂ ਕੀਤਾ। ਵੇਟ ਕੀਤੀ ਜਾਂਦੀ ਆ ਵੀ ਔਨ ਰਿਕਾਰਡ ਐਵੀਡੈਂਸ ਕੀ ਆਉਂਦਾ। ਹੁਣ ਮੰਨ ਲਓ ਕੋਈ ਕਤਲ ਦਾ ਕੇਸ ਹੀ ਆ, ਕਿਸੇ ਨੇ ਕੋਈ ਗਵਾਹੀ ਪਹਿਲਾਂ ਪੁਲਿਸ ਕੋਲ ਲਿਖਾਤੀ ਹੈ, ਮੈਂ ਦੇਖਿਆ ਜੀ ਇਹਨੇ ਗੋਲੀ ਮਾਰੀ, ਉਹ ਬੰਦਾ ਆ ਕੇ ਉਹਨਾਂ ਦੀ ਪਰਿਵਾਰਕ ਕੋਈ ਮੰਨ ਲਓ ਕੋਈ ਹੈਗੀ ਆ ਤੇ ਉਹ ਹੋਸਟਾਈਲ ਡਿਕਲੇਅਰ ਹੋ ਜਾਂਦਾ, ਫਿਰ ਉਹਨੂੰ ਕਨਵਿਕਸ਼ਨ ਨਹੀਂ ਹੋ ਸਕਦੀ। ਸੋ ਇਹ ਵੀ ਮੈਂ ਪਰਸਨਲ ਕੀ ਸੋਚਦਾ, ਜੱਜ ਜਾਂ ਪ੍ਰੈਜ਼ਾਈਡਿੰਗ ਅਫਸਰ ਕੀ ਸੋਚਦਾ, ਉਹ ਮੈਨੇ ਨਹੀਂ ਦਿਖਾਉਂਦਾ। ਔਨ ਪੇਪਰ ਕੀ ਆਉਂਦਾ, ਕਿਉਂਕਿ ਸਾਡਾ ਜਿਹੜਾ ਮੈਂ ਔਨ ਪੇਪਰ ਤੋਂ ਪਾਸੇ ਪੁੱਛ ਰਿਹਾ ਨਾ, ਔਨ ਪੇਪਰ ਦੇ ਉੱਤੇ ਹੁੰਦੇ ਆ ਬੰਦਿਆਂ ਨੇ ਕ੍ਰਾਈਮ ਕੀਤਾ ਹੋਇਆ, ਪਰ ਉਹ ਅਸੀਂ ਤਾਂ ਜੋ ਪ੍ਰੋਸੀਕਿਊਸ਼ਨ ਦਾ ਕੇਸ ਆ ਉਹਨੂੰ ਡੈਂਟ ਪਾਉਣਾ, ਉਹਨੂੰ ਡਾਊਟਫੁਲ ਕਰਨਾ ਵੀ ਉਹਨਾਂ ਨੇ ਸਹੀ ਇਨਵੈਸਟੀਗੇਸ਼ਨ ਨਹੀਂ ਕੀਤੀ। ਜਿੱਥੇ ਕੀਤੀ ਹੁੰਦੀ ਉਹਨਾਂ ਨੇ ਤਾਂ ਫਿਰ ਉਹ ਪ੍ਰੂਵ ਵੀ ਹੁੰਦੇ ਆ, ਸਜ਼ਾਵਾਂ ਵੀ ਹੁੰਦੀਆਂ। ਕਦੇ ਮਨ ਦੁਖਦਾ ਵੀ ਹਾਂ ਯਾਰ ਇਹਨੇ ਇਹ ਕੰਮ ਕੀਤਾ ਹੋਇਆ, ਪਰ ਮੇਰਾ ਕੰਮ ਹੈ ਜਿਹੜਾ ਮੈਂ ਉਸ ਨੂੰ ਬਚਾਉਣਾ, ਪਰ ਘਰੇ ਆ ਕੇ ਲੱਗਿਆ ਹੋਵੇ ਯਾਰ ਮੈਂ ਕੀ ਕਰਾਂ। ਇਹੋ ਜਿਹਾ ਕਦੀ ਮਹਿਸੂਸ ਨਹੀਂ ਹੋਇਆ, ਕਿਉਂਕਿ ਮੈਂ ਤਾਂ ਇਹ ਨਹੀਂ ਦਾਵਾ ਕਰਨਾ ਵੀ ਹਾਂ ਵੀ ਇਹਨੇ ਨਹੀਂ ਕੀਤਾ। ਮੈਂ ਤਾਂ ਇਹ ਦਾਵਾ ਕਰਨਾ ਵੀ ਇਹ ਡਿਊਟੀ ਪ੍ਰੋਸੀਕਿਊਸ਼ਨ ਦੀ ਹੈ ਵੀ ਇਹਨੂੰ ਪ੍ਰੂਵ ਕਰੇ ਵੀ ਇਹਨੇ ਕੀਤਾ। ਸੋ ਸਾਡਾ ਜੋ ਸਿਸਟਮ ਹੈਗਾ ਉਹਦੇ 'ਚ ਪ੍ਰੋਸੀਕਿਊਸ਼ਨ ਦੀ ਡਿਊਟੀ ਆ, ਜਿਹੜਾ ਅਕਿਊਜ਼ ਆ ਉਹਦੇ ਕੋਲ ਰਾਈਟ ਆ ਸਾਰੀ ਡਿਊਰਿੰਗ ਪ੍ਰੋਸੀਡਿੰਗ ਚੁੱਪ ਰਹਿਣ ਦਾ, ਮਮ ਰਹਿਣ ਦਾ, ਹੈ ਨਾ। ਸੋ ਇਹ ਪ੍ਰੋਸੀਕਿਊਸ਼ਨ ਜੇ ਪ੍ਰੂਵ ਕਰ ਜੂਗਾ ਤੇ ਉਹਨੂੰ ਸਜ਼ਾ ਹੋ ਜੂਗੀ, ਨਹੀਂ ਪ੍ਰੂਵ ਕਰੂਗਾ ਤੇ ਨਹੀਂ। ਜਿਵੇਂ ਹੁਣ ਕੇਸਾਂ ਦੀਆਂ ਬਾਅਦ 'ਚ ਹੁਣ ਕਈ ਵਾਰ ਹੋ ਸਕਦਾ ਕਿਸੇ ਦਾ ਕਸੂਰ 5 ਪੈਸੇ ਦਾ ਹੋਵੇ, ਉਹ 80 ਪੈਸੇ 90 ਪੈਸੇ ਪ੍ਰੋਸੀਕਿਊਸ਼ਨ ਆਪਣੇ ਕੋਲੋਂ ਜੋੜ ਦਿੰਦੀ, ਫਿਰ ਉਹ 5 ਪੈਸੇ 'ਚ ਵੀ ਉਹਦੀ ਕਨਵਿਕਸ਼ਨ ਹੁੰਦੀ ਨਹੀਂ। ਸੋ ਇਹ ਹੈਗਾ ਵੀ ਜਿਹਦਾ ਜਿੰਨਾ ਕਸੂਰ ਆ, ਜੇ ਵਾਕਿਆ ਹੀ ਉਨਾ ਹੀ ਪ੍ਰੋਸੀਕਿਊਸ਼ਨ ਰੱਖੇ ਤਾਂ ਮੈਂ ਸਮਝਦਾ ਵੀ ਉਹਨੂੰ ਉਨੀ ਸਜ਼ਾ ਹੋ ਸਕਦੀ ਹੈ।
ਪਰ ਜੇ ਸਾਲ ਦੀ ਸਜ਼ਾ ਵਾਲੇ ਨੂੰ ਤੁਸੀਂ ਉਮਰ ਕੈਦ ਕਰਾਉਣ ਵਾਲੇ ਜ਼ੁਲਮ 'ਚ ਫਸਾ ਦਿਓ, ਫਿਰ ਸਾਡੀ ਇਹ ਡਿਊਟੀ ਹੈ ਵੀ ਉਹਨੂੰ ਸਾਲ ਵੀ ਨਾ ਹੋਵੇ। ਹਾਂ, ਜਿਹੜੇ ਹੁੰਦੇ ਆ ਉਹਨਾਂ ਨੂੰ ਫਿਰ ਹੋ ਵੀ ਜਾਂਦੀ ਆ, ਉਹਦੇ 'ਚ ਹੁੰਦਾ ਚਲੋ ਜਿਹਨੇ ਕੀਤਾ ਹੁੰਦਾ ਉਹਨੂੰ ਵੀ ਪਛਤਾਵਾ ਨਹੀਂ ਹੁੰਦਾ ਵੀ ਚੱਲ ਅਸੀਂ ਕੀਤਾ ਹੀ ਆ, ਕੋਈ ਗੱਲ ਨਹੀਂ ਭੁਗਤ ਲਾਂਗੇ। ਜਿਹਨੇ ਬਿਲਕੁਲ ਕੀਤਾ ਨਹੀਂ ਹੁੰਦਾ ਤਾਂ ਫਿਰ ਉਹਦੇ ਲਈ ਸਾਡੇ ਮਨ 'ਚ ਵੀ ਦਰਦ ਹੁੰਦਾ। ਜਿਹਨੇ ਕੀਤਾ ਹੁੰਦਾ ਜੇ ਉਹਨੂੰ ਕਨਵਿਕਸ਼ਨ ਹੋ ਜਾਵੇ, ਸਾਨੂੰ ਹੁੰਦਾ ਚਲੋ ਕੀਤਾ ਹੀ ਸੀ, ਕੋਈ ਗੱਲ ਨਹੀਂ, ਸਮਾਂ ਲੰਘ ਗਿਆ। ਤੁਸੀਂ ਅਕਸਰ ਇਹ ਸਵਾਲ ਚੁੱਕਦੇ ਹੋ ਕਿ ਮੈਂ ਸਮਾਂ ਉਨ ਤੇ ਦੱਸੂਗਾ ਕਿਹੜੀ ਪੁਲਿਸ ਨੇ ਕੀ ਕੀਤਾ, ਕਿਹੜੇ ਵਕੀਲ ਨੇ ਕੀ ਕੀਤਾ, ਕਿਹੜੇ ਜੱਜ ਨੇ ਕੀ ਕੀਤਾ। ਉਹ ਸਮਾਂ ਕਦੋਂ ਆਊਗਾ ਜੋ ਦੱਸੋਗੇ? ਸਮਾਂ ਹੁਣ ਦੇਖੋ, ਜਾਂ ਤਾਂ ਉਹ ਜੱਜ ਜਾਂ ਪ੍ਰੈਜ਼ਾਈਡਿੰਗ ਅਫਸਰ ਦੁਨੀਆ 'ਚ ਨਾ ਰਹਿਣ, ਜਾਂ ਰਿਟਾਇਰ ਹੋ ਜਾਣ, ਜਾਂ ਮੈਂ ਵਕਾਲਤ ਛੱਡ ਦਿਆਂ। ਹੁਣ ਮੈਂ ਚੱਲ ਰਿਹਾ ਹਾਂ, ਮੈਂ ਕਿਸੇ ਦਾ ਨਾਂ ਲੈ ਕੇ ਕੋਈ ਗੱਲ ਕਰਦੇ ਹਾਂ, ਕੱਲ ਨੂੰ ਮੇਰਾ ਉਹਦੇ ਸਾਹਮਣੇ ਕੇਸ ਹੋਵੇ ਤੇ ਅਗਲਾ ਕਹੂਗਾ ਇਹ ਤਾਂ ਭੇਦ ਖੋਲ੍ਹਦਾ, ਇਹਨਾਂ ਕੀ ਗੱਲ ਕਰਨੀ। ਬਿਨਾਂ ਨਾਮ ਲਈ ਦੱਸ। ਬਿਨਾਂ ਨਾਮ ਲਈ ਹੁਣ ਜੱਜਿਸ ਤਾਂ ਦੇਖੋ ਹੁੰਦੇ ਸਾਡੇ ਨਾਲ, ਹੁਣ ਪੜ੍ਹੇ ਜੱਜਿਸ ਵੀ ਲੱਗੇ ਹੋਏ ਆ, ਮੈਜਿਸਟ੍ਰੇਟ ਵੀ ਆ ਸਾਡੇ ਨਾਲ, ਪੜ੍ਹੇ ਹੋਏ ਸਰਕਾਰੀ ਵਕੀਲ ਵੀ ਆ। ਜਦੋਂ ਰਿਮਾਂਡ ਵਗੈਰਾ ਹੁੰਦੇ ਆ, ਪੁਲਿਸ ਰਿਮਾਂਡ ਮੰਗਦੇ ਆ, ਤੇ ਉਹ ਸਰਕਾਰੀ ਵਕੀਲ ਦੋਸਤ ਮਿੱਤਰ ਕਈ ਵਾਰ ਆ ਕੇ ਕਹਿ ਦਿੰਦੇ ਆ ਵੀ ਯਾਰ ਤੂੰ ਗੁੱਸਾ ਨਾ ਕਰੇਗਾ, ਤੈਨੂੰ ਪਤਾ ਹੀ ਹੈ ਇਹਨਾਂ ਕੇਸਾਂ ਦੇ ਵਿੱਚ ਕੀ ਹੁੰਦਾ। ਯਾਨੀ ਕਿ ਰਿਮਾਂਡ ਤਾਂ ਉੱਤੋਂ ਹੀ ਲਿਖੇ ਆਉਂਦੇ ਆ, ਅਸਾਂ ਤਾਂ ਬੋਲਣਾ ਹੁੰਦਾ। ਤੇ ਮੈਜਿਸਟ੍ਰੇਟ ਵੀ ਈਵਨ ਜਿਹੜੇ ਹੈਗੇ ਆ ਉਹ ਵੀ ਕਹਿੰਦੇ ਆ ਵੀ ਸਾਨੂੰ ਤਾਂ ਉੱਤੋਂ ਹੀ ਫੋਨ ਆ ਜਾਂਦਾ, ਸਾਨੂੰ ਤਾਂ ਉਹਨਾਂ ਦਾ ਰਿਮਾਂਡ ਦੇਣਾ ਹੀ ਪੈਂਦਾ। ਓਪਨ ਕੋਰਟ ਦੇ ਵਿੱਚ ਕਈ ਵਾਰ ਜੱਜਿਸ ਕਹਿ ਚੁੱਕਿਆ ਵੀ ਮੰਜਪੁਰ ਸਾਹਿਬ ਤੁਹਾਡੇ ਆਰਗੂਮੈਂਟ ਬਿਲਕੁਲ ਸਹੀ ਆ, ਪਰ ਸਾਡੀ ਵੀ ਲਿਮਟ ਆ, ਅਸੀਂ ਉਹਦੇ ਵਿੱਚ ਇੱਕ ਦਾਇਰੇ 'ਚ ਰਹਿ ਕੇ ਕੰਮ ਕਰਨਾ ਹੁੰਦਾ। ਤੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਕਈ ਕੇਸਿਸ ਦੇ ਵਿੱਚ। ਯਾਨੀ ਕਿ ਜੱਜ ਦਾ ਮੂਡ ਅਕਿਊਟਲ ਦਾ ਹੁੰਦਾ, ਪਰ ਯਾਨੀ ਕਿ ਏਜੰਸੀ ਦਾ ਜਾਂ ਵੱਡੇ ਅਫਸਰ ਆ ਕੇ ਬਹਿੰਦੇ, ਉਹਨਾਂ ਕੋਲ 2-2 3-3 ਦਿਨ, ਕਿਉਂ ਕੋਰਟ ਦੇ ਵਿੱਚ ਜਿੱਥੇ ਅਸੀਂ ਕੰਮ ਕਰਦੇ ਹਾਂ ਉੱਥੇ ਜਿਹੜੇ ਕੋਰਟ ਅਫਸਰ ਆ ਉਹ ਤਾਂ ਹੁੰਦੇ ਹੀ ਆ ਨਾ ਸਾਰੇ, ਪਤਾ ਲੱਗ ਜਾਂਦਾ ਵੀ ਫਲਾਨਾ ਆਈਜੀ 3 ਦਿਨ ਹੋ ਗਏ ਜੱਜ ਕੋਲ ਲਗਾਤਾਰ ਆ ਰਿਹਾ ਇਸ ਕੇਸ ਵਾਸਤੇ, ਤੇ ਉਹ ਫਿਰ ਪਤਾ ਹੁੰਦਾ ਵੀ ਹੁਣ ਕਨਵਿਕਸ਼ਨ ਹੋ ਗਈ। ਉੱਤੋਂ ਕੌਣ ਹੈ, ਉੱਤੋਂ ਵਾਲੇ ਕੌਣ ਉਹ ਤਾਂ ਸੀਨੀਅਰ ਅਫਸਰ ਹੁੰਦੇ ਜਾਂ ਏਜੰਸੀ ਜਿਹੜੀਆਂ ਹੁੰਦੀਆਂ ਜੀ, ਉਹਨਾਂ ਦੇ ਨਿਗਾਹ 'ਚ ਹੁੰਦੇ। ਜੇ ਆਈਜੀ ਇੱਕ ਜੱਜ ਨੂੰ ਆ ਕੇ ਇਹ ਕਿਸੇ ਖਾਸ ਕੇਸ ਲਈ ਮਿਲ ਰਿਹਾ ਹੈਗਾ 3 ਦਿਨ 4 ਦਿਨ, ਤਾਂ ਪਤਾ ਲੱਗਦਾ ਵੀ ਹੁਣ ਇਹ ਕਨਵਿਕਸ਼ਨ ਵਾਸਤੇ ਉੱਤੇ ਇੱਕ ਦਬਾਅ ਹੁੰਦਾ। ਸੋ ਇਹ ਨਹੀਂ ਹੋਣਾ ਚਾਹੀਦਾ। ਇਹ ਮੈਂ ਤਾਂ ਕਈ ਵਾਰ ਸਮਝਦਾ ਹੁੰਦਾ ਜਿਹੜਾ ਜੂਰਿਸਪ੍ਰੂਡੈਂਸ ਉਹ 'ਚ ਚੇਂਜ ਹੋਣੀ ਚਾਹੀਦੀ ਬੰਦੇ ਦਾ। ਹੁਣ ਜਿੱਦਾਂ ਸੁਪਰੀਮ ਕੋਰਟ ਨੇ ਭਾਵੇਂ ਕਿਹਾ ਹੋਇਆ ਵੀ ਤੁਸੀਂ ਉਹਦੀ ਧਰਮ ਜਾਤੀ ਨਹੀਂ ਲਿਖਣੀ, ਪੁਲਿਸ ਫੇਰ ਵੀ ਲਿਖਦੀ ਆ ਵੀ ਮਜ਼ਹਬੀ ਕੌਮ, ਸਿੱਖ ਕੌਮ, ਜੱਟ ਫਲਾਨਾ, ਹੈ ਨਾ। ਉਹਦੇ ਤੋਂ ਉਹਦੀ ਆਇਡੈਂਟੀ ਜਿਹੜੀ ਆ ਪ੍ਰੂਵ ਹੁੰਦੀ ਆ, ਫਿਰ ਉਹ ਬਾਇਸਡ ਕਰਦੀ ਆ। ਮੰਨ ਲਓ ਕੋਈ ਦੂਜੇ ਨਫ਼ਰਤ ਕਰਨ ਵਾਲਾ ਕਿਸੇ ਸੋਚਣਾ ਹੈਗਾ ਤੇ ਉਹ ਚਾਹੂਗਾ ਹੀ ਨਹੀਂ ਵੀ ਇਹਨੂੰ ਹੋਊਗੀ। ਜਿਵੇਂ ਹੁਣ ਤੁਸੀਂ, ਮੈਂ ਨਾਂ ਲੈ ਕੇ ਕਹਿ ਸਕਦਾ, ਉਹ ਜੱਜ ਰਿਟਾਇਰ ਹੋ ਗਿਆ, ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦਾ ਚੇਅਰਮੈਨ ਵੀ ਹੈ ਜਸਟਿਸ ਅਰੁਣ ਮਿਸ਼ਰਾ ਸੁਪਰੀਮ ਕੋਰਟ। ਉਹ ਬਾਇਸਡ ਜੱਜ ਸੀਗਾ ਉਹ। ਇਹ ਜਿਹੜੇ ਹੁਣ ਟਾਰਗੇਟ ਕਿਲਿੰਗ ਦੇ ਕੇਸ ਸੀਗੇ, ਠੀਕ ਆ, ਉਹਦੇ ਵਿੱਚ ਆਰਐਸਐਸ ਦੇ ਲੀਡਰਾਂ ਦੇ ਕਤਲਾਂ ਦੇ ਕੇਸ ਸੀਗੇ। ਸੋ ਉਹਨੇ ਬਾਇਸਡ ਇੱਕ ਬਿਲਕੁਲ ਹੀ ਬਿਯੋਂਡਲੀ ਲਿਮਿਟਸ ਜਾ ਕੇ ਜਿਹੜੇ ਜੱਗੀ ਜੌਹਲ ਹੁਣਾਂ ਦੇ ਕੇਸ ਆ ਉਹ ਟ੍ਰਾਂਸਫਰ ਕੀਤੇ ਦਿੱਲੀ 'ਚ, ਜਿਹਦੀ ਕਿ ਐਨਆਈਏ ਦੀ ਪਲੀ ਵੀ ਨਹੀਂ ਸੀਗੀ। ਐਨਆਈਏ ਦੀ ਪਲੀ ਹੈ ਨਹੀਂ ਸੀਗੀ ਵੀ ਕੋਈ ਗਵਾਹ ਨੂੰ ਕੋਈ ਹਾਰਮ ਹੋਇਆ। ਉਹਨੇ ਉਹ 'ਚ ਕੋਲਿਨ ਗੋਨਸਾਲਵੇ ਸੀਨੀਅਰ ਵਕੀਲ ਸੀ, ਡਾਕਟਰ ਇੱਕ ਸੀਗੀ ਲੇਡੀ ਸੀ, ਉਹ ਸੀ ਸੀਨੀਅਰ ਵਕੀਲ ਜੱਗੀ ਜੌਹਲ ਵੱਲੋਂ, ਸਰਦਾਰ ਪਰਮਜੀਤ ਸਿੰਘ ਪਤਵਾਲੀਆ ਸੀਨੀਅਰ ਵਕੀਲ ਸੀ ਕੁਝ ਬੰਦਿਆਂ ਵੱਲੋਂ। ਤੇ ਉਹ ਜੱਜ ਨੇ ਬਿਲਕੁਲ ਆਰਗੂ ਸੁਣਿਆ ਹੀ ਨਹੀਂ ਟ੍ਰਾਂਸਫਰ ਦਾ। ਉਹ ਕਹਿਣ ਲੱਗਾ ਕੋਲਿਨਸ ਮਿਸਟਰ ਕਾਉਂਸਲ ਯੂ ਨੀਡ ਨੋਟ ਟੂ ਐਨੀ ਆਰਗੂਮੈਂਟ, ਆਈ ਆਲਰੇਡੀ ਡਿਸਾਈਡਡ ਕੇਸਿਸ ਵਿਲ ਬੀ ਟ੍ਰਾਂਸਫਰ। ਉਹ ਆਰਡਰ ਲਿਖਤਾ ਉਹਨੇ, ਸੈਵਰਲ ਵਿਟਨੈਸਿਸ ਹੈਵ ਬੀਨ ਸ਼ਾਟ ਡੈਡ ਸੋ ਦੀ ਕੇਸ ਐਂਡ ਕਸਟਡੀ ਟ੍ਰਾਂਸਫਰ ਟੂ ਦਿੱਲੀ ਫਰੋਮ ਮੋਹਾਲੀ, ਜਦ ਕਿ ਇਹੋ ਜੀ ਕੋਈ ਇਹ ਵਿਟਨੈਸ ਦੇ ਨਾਲ ਕੋਈ ਅਕਰੈਂਸ ਹੀ ਨਹੀਂ ਹੋਈ ਸੀ। ਸੋ ਉਸ ਤੋਂ ਪਤਾ ਲੱਗਦਾ ਵੀ ਕਿਸ ਲੈਵਲ ਦੇ ਉੱਤੇ ਬਾਇਸਡ ਆ। ਤੁਸੀਂ ਜੇ ਟ੍ਰਾਂਸਫਰ ਕਰਨੇ ਆ ਕੇਸ ਕੋ ਫੈਸਲਾ ਲੈਣਾ, ਉਹਦੇ ਲਈ ਵਕੀਲਾਂ ਨੂੰ ਸੁਣ ਤਾਂ ਲਓ। ਉਹ ਕੋਲਿਨਸ ਗੋਨਸਾਲਵੇ ਸੀਨੀਅਰ ਐਡਵੋਕੇਟ, ਉਹ ਪਰੇਸ਼ਾਨ ਸੀ, ਕਹਿੰਦੇ ਯਾਰ ਕਰਨੇ ਸੀ, ਸਾਨੂੰ ਸੁਣ ਤਾਂ ਲੈਂਦਾ 5 ਮਿੰਟ, ਸਾਨੂੰ ਟੋਕ ਦਿੱਤਾ ਵੀ ਤੁਹਾਨੂੰ ਬਹਿਸ ਕਰਨ ਦੀ ਲੋੜ ਨਹੀਂ ਹੈਗੀ, ਆਈ ਹੈਵ ਆਲਰੇਡੀ ਡਿਸਾਈਡਡ। ਸੋ ਇਸ ਤੋਂ ਫਿਰ ਦੁੱਖ ਹੁੰਦਾ। ਇਸ ਲੈਵਲ ਦੀ ਮੈਂ ਤੁਹਾਨੂੰ ਉਦਾਹਰਨ ਦੇ ਦਿੱਤੀ ਹੈ, ਤੁਸੀਂ ਦੇਖੋ ਵੀ ਥੱਲੇਰੇ ਲੈਵਲ ਤੇ ਕਿਸ ਤਰ੍ਹਾਂ ਦੀ ਜਿਹੜੀ ਹੈ ਇੱਕ ਤਰ੍ਹਾਂ ਦੀ ਹੋਗੀ, ਪਰ ਸਾਰੇ ਨਹੀਂ ਹੈਗੀ। ਹੁਣ ਆ ਜੱਗੀ ਜੌਹਲ ਨੂੰ ਬੇਲ ਜਿਹੜੀ ਹੈ ਐਨਆਈਏ ਦੀ ਡਿਸਮਿਸ ਹੋਈ ਆ ਪਟੀਸ਼ਨ, ਉਹ ਵੀ ਜੱਜ ਹੀ ਆ। ਉਹਨਾਂ ਨੇ ਇਹ ਨਹੀਂ ਦੇਖਿਆ ਵੀ ਜੱਗੀ ਜੌਹਲ ਸਿੱਖਾਂ ਦਾ ਮੁੰਡਾ ਜਾਂ ਐਨਆਈਏ ਦੇ ਜਾਂ ਕਿਲਿੰਗ ਕਿਹੜੀ ਹੋਈ ਆ। ਉਹਨੇ ਫੈਕਟਸ ਦੇ ਉੱਤੇ ਆ ਕੇ ਜੋ ਡਾਕੂਮੈਂਟ ਦੇ ਉੱਤੇ ਉਹਨੂੰ ਕਿਹਾ ਵੀ ਜਿਸ ਤਰ੍ਹਾਂ ਦੇ ਐਲੀਗੇਸ਼ਨ ਆ ਉਸ ਹਿਸਾਬ ਨਾਲ 6 ਸਾਲ ਦੇ ਕਰੀਬ ਕਸਟਡੀ ਤੁਸੀਂ ਰੱਖ ਲਿਆ ਬੰਦਾ, ਵਰਸ ਆ ਐਵੀਡੈਂਸ ਤੁਹਾਡਾ ਜੇ 150 ਗਵਾਹ ਹੈਗੇ ਆ, 2-2 3-3 ਗਵਾਹ ਹੋਇਆ, ਕਦੋਂ ਕਨਕਲੂਡ ਕਰੋਗੇ? ਤੁਸੀਂ ਇੱਕ ਦਾਅਵਾ ਕਰਦੇ ਹੋ ਕਿ ਜੱਗੀ ਜੌਹਲ ਇਸ ਸਾਲ ਜੇਲ੍ਹ ਚੋਂ ਬਾਹਰ ਹੋ? ਨਹੀਂ, ਦਾਅਵਾ ਤਾਂ ਨਹੀਂ। ਜਿਸ ਤਰ੍ਹਾਂ ਉਹਦਾ ਇਹ ਕੇਸ 'ਚੋਂ ਇੱਕ 'ਚੋਂ ਬੇਲ ਮਿਲ ਗਿਆ, ਕਿਉਂਕਿ ਆਨਰੇਬਲ ਸੁਪਰੀਮ ਕੋਰਟ ਦਾ ਵਿਊ ਪੁਆਇੰਟ ਆ ਗਿਆ ਜੱਗੀ ਜੌਹਲ ਦੇ ਕੇਸ ਦੇ ਬਾਰੇ ਬਾਰੇ। ਸੋ ਇਹ ਐਨਆਈਏ ਦਾ ਵੀ ਇਹ ਦਾਅਵਾ ਆ ਵੀ ਉਹਦੇ ਤੇ ਸਿਮਿਲਰ 2 ਵਿਟਨੈਸ ਆ ਉਹਦੇ ਖਿਲਾਫ ਜਿਹੜੇ ਸਾਰੇ ਕੇਸਾਂ ਦੇ ਵਿੱਚ ਵਿਟਨੈਸ ਆ,
ਇੱਕੋ ਹੀ ਐਲੀਗੇਸ਼ਨ ਦਾ ਪਹਿਰਾ ਹੈਗਾ ਜਿਹੜੇ ਸਾਰੇ ਚਲਾਨਾਂ ਦੇ ਵਿੱਚ ਕਾਪੀ ਪੇਸਟ ਆ। ਸੋ ਜੇ ਇੱਕ ਚਲਾਨ 'ਚ ਉਹਨੂੰ ਬੇਲ ਮਿਲ ਗਈ ਆ ਤਾਂ ਫਿਰ ਬਾਕੀਆਂ ਦੇ ਵਿੱਚੋਂ ਵੀ ਸੇਮ ਗਰਾਊਂਡ ਦੇ ਉੱਤੇ ਉਹਨੂੰ ਬੇਲ ਮਿਲ ਜਾਣੀ ਚਾਹੀਦੀ ਹੈ। ਇਸ ਸਾਲ ਦੇ ਵਿੱਚ ਆ ਸਕਦਾ ਜੇ ਕੋਈ ਹੋਰ ਉਹ ਕੋਈ ਨਾ ਉਹਦੇ 'ਚ ਪੰਗਾ ਪਏ ਜਾਂ ਅੜਿੱਕਾ ਨਾ ਪਵੇ। ਜੱਗੀ ਜੋਲ ਦੇ ਫੈਮਿਲੀ ਨਾਲ ਵੀ ਤੁਹਾਡੀ ਗੱਲ ਹੁੰਦੀ ਹੈ ਸਾਰਿਆਂ ਨਾਲ। ਹਾਂਜੀ, ਜੱਗੀ ਜੋਲ ਤੁਹਾਨੂੰ ਕਿੱਥੇ ਇਨੋਸੈਂਟ ਲੱਗਦਾ? ਜੱਗੀ ਜੋਲ ਇਨੋਸੈਂਟ ਹੀ ਹੈ ਇਨੀਸ਼ੀਅਲ, ਕਿਉਂਕਿ ਉਹਨੇ 84 ਦੇ ਬਾਰੇ ਜਿਹੜੀ ਆ ਉਹ ਚੇਤਨਤਾ ਲਿਆਉਣ ਵਾਸਤੇ ਬਾਹਰਲੇ ਜਿੰਨੇ ਨੌਜਵਾਨ ਹੈਗੇ ਇੰਗਲਿਸ਼ ਨੋਨ ਹੈਗੇ ਸਾਰੇ ਜਿਹੜੇ ਉੱਧਰਲੇ ਬੋਰਨ ਦਾ ਉਹਦੇ ਵਾਸਤੇ ਉਹਨੇ ਕੰਮ ਕੀਤਾ ਹੈਗਾ। ਨੈਵਰ ਫੋਰਗੇਟ 84 ਸਾਈਟ ਦੇ ਵਿੱਚ ਜੋ ਜਾਣਕਾਰੀਆਂ ਇੱਥੇ ਪੰਜਾਬੀ 'ਚ ਸੀ 2010 11 12 ਤੋਂ ਲਗਾਤਾਰ ਉਹਨੇ ਇੰਗਲਿਸ਼ ਟਰਾਂਸਲੇਸ਼ਨ ਕੀਤੀ ਆ। ਸੋ ਇੱਕ ਬਲੌਗਰ ਸੀ, ਇੱਕ ਐਕਟਿਵਿਸਟ ਦੇ ਤੌਰ ਤੇ ਸੀਗਾ, ਪਰ ਜਿਹੜੇ ਪਾਸੇ ਨੂੰ ਉਹਨੂੰ ਜੋੜਤਾ ਉਸ ਪਾਸੇ ਨੂੰ ਨਹੀਂ ਸੀ। ਉਹਦੇ ਖਿਲਾਫ ਐਲੀਗੇਸ਼ਨ ਸਿਰਫ 4 ਲਾਈਨਾਂ ਦਾ ਹੈਗਾ ਵੀ 2013 ਦੇ ਵਿੱਚ ਉਹ ਯੂਕੇ ਤੋਂ ਫਰਾਂਸ ਗਿਆ ਤੇ ਉੱਥੇ ਉਹਨੇ ਹਰਮਿੰਦਰ ਸਿੰਘ ਮਿੰਟੂ ਨੂੰ, ਜੋ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਚੀਫ ਸੀ ਉਸ ਟਾਈਮ ਸੈਲਫ ਸਟਾਈਲ, ਉਹਨੂੰ 3000 ਪਾਉਂਡ ਜਿਹੜੇ ਕਿ ਜੱਗੀ ਜੋਲ ਨੂੰ ਗਰਸ਼ਨਵੀਰ ਸਿੰਘ ਨਾਮੀ ਵਿਅਕਤੀ ਨੇ ਯੂਕੇ ਤੋਂ ਦਿੱਤੇ ਸੀ ਉਹਨੂੰ ਹੈਂਡਓਵਰ ਕਰਤੇ। ਉਸ 3000 ਪਾਉਂਡ 'ਚੋਂ ਹਰਮਿੰਦਰ ਸਿੰਘ ਮਿੰਟੂ ਨੇ 300 ਪਾਉਂਡ ਹਰਦੀਪ ਸਿੰਘ ਸ਼ੇਰਾ ਜਿਹੜਾ ਕਿ ਉਦੋਂ 12-13 ਸਾਲ ਦਾ ਸੀਗਾ ਉਹਨੂੰ ਐਜ ਉਹਦੇ ਘਰੇ ਰਿਹਾ ਸੀ ਉਹਨੂੰ ਪੈਸੇ ਦਿੱਤੇ, ਜਿੱਦਾਂ ਆਪਾਂ ਪਿਆਰ ਦਿੰਦੇ ਮੰਨ ਲਓ ਉਹ ਦਿੱਤੇ। ਪਰ NIA ਨੇ ਬਣਾਤਾ ਵੀ ਉਹਨੂੰ KLF 'ਚ ਰਿਕਰੂਟਮੈਂਟ ਕਰਨ ਲਈ ਇੱਕ ਉਹਨੂੰ ਪੈਸੇ ਦਿੱਤੇ ਉਹਨੂੰ, ਹੈ ਨਾ। ਸੋ ਉਦੋਂ KLF 2013 ਦੇ ਵਿੱਚ ਕੋਈ ਪ੍ਰੋਹਿਬਿਟਡ ਜਾਂ ਅਨਲਾਫੁਲ ਜਥੇਬੰਦੀ ਹੈ ਨਹੀਂ ਸੀ। KLF ਤੇ ਟੈਰਰ ਆਰਗੇਨਾਈਜੇਸ਼ਨ ਦਾ ਜਿਹੜਾ ਟੈਗ ਲੱਗਾ ਹੈਗਾ ਉਹ ਦਸੰਬਰ 2018 'ਚ ਲੱਗਾ ਹੈਗਾ। ਇਹਨਾਂ ਗੱਲਾਂ ਦੇ ਜੇ ਦਿੱਤੇ ਵੀ ਸੀ ਐਜ ਕੋਰੀਅਰ ਸੀ ਵੀ ਉਹਨੇ ਕਿਹਾ ਵੀ ਉਹਨੂੰ ਦੇ ਦੀ ਜੇ ਚੱਲਿਆ ਉਹਨੇ ਉੱਥੇ ਦੇ ਦਿੱਤੇ, ਤੇ ਉਹ ਕੋਈ ਇੰਨਾ ਸੀਰੀਅਸ ਐਲੀਗੇਸ਼ਨ ਨਹੀਂ ਹੋ ਸਕਦਾ। ਹਾਂ KLF ਉਦੋਂ ਟੈਰਰ ਆਰਗੇਨਾਈਜੇਸ਼ਨ ਡਿਕਲੇਅਰ ਹੁੰਦੀ ਉਹ ਦਿੱਤੇ ਜਾਂਦੇ ਫਿਰ ਗੱਲ ਵੱਖਰੀ ਸੀਗੀ। ਤੇ ਹਰਮਿੰਦਰ ਸਿੰਘ ਮਿੰਟੂ 2014 'ਚ ਅਰੈਸਟ ਹੋ ਕੇ 2018 'ਚ ਉਹ ਅਕਾਲ ਚਲਾਣਾ ਕਰ ਜਾਂਦੇ ਜੇਲ੍ਹ ਦੇ ਵਿੱਚ, ਤੇ ਅਕਰੈਂਸ ਹੈਗੀਆਂ ਜਿਹੜੀਆਂ ਉਹ 2016-17 ਦੀਆਂ। ਸੋ ਸਾਰੇ ਸਰਕਮਸਟੈਂਸ ਨੂੰ ਦੇਖਦੇ ਇਹ ਲੱਗਦਾ ਵੀ ਜੱਗੀ ਜੋਲ ਜਿਹੜਾ ਇਨੋਸੈਂਟ ਆ। ਉਹ ਹੁਣ 2 ਸਰਕਾਰਾਂ ਦੀ ਉਹਦੀ ਆਪਸੀ ਜਿਹੜੀ ਉਹਨਾਂ ਦੀ ਗੱਲਬਾਤ ਉਹਦਾ ਇੱਕ PM ਲੈਵਲ ਦੀ ਗੱਲਬਾਤ ਦੇ ਏਜੰਡੇ ਦੇ ਵਿੱਚ ਜੱਗੀ ਜੋਲ ਹੈਗਾ, ਇਹਦੇ ਕਰਕੇ ਜਿਹੜੀ ਉਹਦੀ ਡਿਲੇ ਹੋਈ ਆ। ਪਰ ਫਿਰ ਵੀ ਇਹ ਸਿਸਟਮ ਇੱਥੇ ਹੈਗਾ, ਠੀਕ ਆ। 6 ਸਾਲ ਬਾਅਦ ਹੀ ਉਹਨੂੰ ਜੇ ਰਾਹਤ ਮਿਲੀ ਆ ਅੰਸ਼ਕ ਅਜੇ, ਤਾਂ ਬਾਕੀ ਵੀ ਮਿਲੂਗੀ। ਤੇ ਉਹ ਫਾਈਨਲੀ ਜੇ ਇਹੀ ਐਵੀਡੈਂਸ ਰਹਿੰਦਾ ਆ ਜੋ ਹੈਗਾ ਤੇ ਉਹਨੂੰ ਬਰੀ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ। ਚਲੋ ਇੱਕ ਹੋਰ ਛੋਟਾ ਜਿਹਾ ਵਕਫੇ ਤੋਂ ਵਾਪਸ ਆਵਾਂਗੇ। ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ ਹੋਰ ਸਵਾਲ ਲਵਾਂਗੇ ਜ਼ਰੂਰ। ਇੱਕ ਹੋਰ ਤੁਹਾਡਾ ਸਵਾਗਤ ਕਰਦੇ ਹਾਂ। ਜਸਪਾਲ ਜੀ, ਤੁਸੀਂ KLF ਦਾ ਜ਼ਿਕਰ ਕੀਤਾ ਵੀ ਇਹ ਪਾਬੰਦੀਸ਼ੁਦਾ ਆਰਗੇਨਾਈਜੇਸ਼ਨ ਬਾਅਦ 'ਚ ਬਣਾਈ ਗਈ ਹੈ। SFJ ਨੂੰ ਵੀ ਪਾਬੰਦੀਸ਼ੁਦਾ ਆਰਗੇਨਾਈਜੇਸ਼ਨ ਕਿਹਾ ਇੰਡੀਅਨ ਗਵਰਨਮੈਂਟ ਨੇ। ਤੁਸੀਂ ਮੰਨ ਰਹੇ ਹੋ ਕਿ ਇਹ ਠੀਕ ਕੀਤਾ ਇੰਡੀਅਨ ਗਵਰਨਮੈਂਟ ਨੇ? ਨਹੀਂ, SFJ ਦਾ ਦੇਖੋ ਉਹਨਾਂ ਨੂੰ ਕੁਝ ਕੇਸ ਇੱਥੇ ਦਰਜ ਕੀਤੇ ਗਏ ਜਿਹੜੇ ਅਜੇ ਤੱਕ NIA ਕੋ ਵੀ ਹੈਗੇ, ਵੈਸੇ ਕੋਰਟਾਂ 'ਚ ਵੀ ਪੈਂਡਿੰਗ ਆ। ਪਰ ਉਹਨੂੰ ਨਹੀਂ, ਗਲਤ ਆ, ਉਹ ਨਹੀਂ ਹੋਣਾ ਚਾਹੀਦਾ। ਉਹਨਾਂ ਦਾ ਕੋਈ ਮੋਟਿਵ ਕੋਈ ਆਪਣੇ ਕਹਿ ਸਕਦੇ ਆ ਵੀ ਕੋਈ ਹਥਿਆਰਬੰਦ ਆਰਮ ਸਟਰਗਲ ਦਾ ਤਾਂ ਉਹਨਾਂ ਨੇ ਕੋਈ ਡਿਕਲੇਅਰ ਹੀ ਨਹੀਂ ਕੀਤਾ। ਸੋ ਤੁਸੀਂ ਟੈਰਰ ਆਰਗੇਨਾਈਜੇਸ਼ਨ ਜੇ ਕੋਈ ਹਥਿਆਰਬੰਦ ਐਲਾਨ ਕਰੇ ਵੀ ਅਸੀਂ ਹਥਿਆਰਬੰਦ ਸੰਘਰਸ਼ ਇੰਡੀਆ ਦੇ ਖਿਲਾਫ, ਉਹਨੂੰ ਤਾਂ ਤੁਸੀਂ ਕਰ ਸਕਦੇ ਹੋ। ਉਹ ਤਾਂ ਵਕੀਲ ਹੀ ਆ। ਹੁਣ ਗੁਰਪਤਵੰਤ ਪੰਨੂ ਇੱਥੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਇੱਥੋਂ ਪੜ੍ਹਿਆ ਹੋਇਆ ਲਾਅ ਉਹਨੇ ਇੱਥੋਂ ਕੀਤੀ ਆ। ਸੋ ਉਹਦੀ ਉਹ ਜੋ ਅਨਾਉਂਸ ਕਰਦਾ ਉਹਦੇ 'ਚ ਕੁਛ ਇਤਰਾਜ਼ ਹੋ ਸਕਦੀਆਂ ਗੱਲਾਂ, ਹੈ ਨਾ। ਪਰ ਜਿਸ ਤਰ੍ਹਾਂ ਉਹ ਰੈਫਰੈਂਡਮ ਵਾਲੀ ਗੱਲ ਹੈਗੀ ਆ ਵੀ ਵੋਟਾਂ ਪਾਓ ਲੋਕੀਆਂ ਆ ਕੇ, ਉਹ ਤਾਂ ਇੱਕ ਡੈਮੋਕ੍ਰੈਟਿਕ ਵੇ ਹੈਗੀ ਆ। ਪਰ SFJ ਨੂੰ ਦੇਖੋ ਟੈਰਰ ਆਰਗੇਨਾਈਜੇਸ਼ਨ ਡਿਕਲੇਅਰ ਕਰਨਾ, ਉਹਦੀ ਅਮਰੀਕਾ ਵਰਗੇ ਮੁਲਕ 'ਚ ਬੰਦਾ ਬਹਿ ਕੇ ਗੱਲ ਕਰ ਰਿਹਾ ਤੇ ਤੁਸੀਂ ਅਮਰੀਕਾ ਦੇ ਨਾਲ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਵਧੀਆ ਰਿਲੇਸ਼ਨ ਹੈਗੇ ਆ, ਤੇ ਫਿਰ ਅਮਰੀਕਾ ਤੁਹਾਡੀ ਗੱਲ ਮੰਨ ਕੇ ਉਹਨੂੰ ਕਿਉਂ ਨਹੀਂ ਉੱਥੇ ਅਰੈਸਟ ਕਰਕੇ ਤੁਹਾਡੇ ਹੈਂਡਓਵਰ ਕਰਦਾ। ਜਿਹੜੇ ਟੈਰਰਿਸਟ ਕੇਸਾਂ ਦੇ ਵਿੱਚ ਉੱਥੇ ਕਈ ਫੜੇ ਗਏ, ਜਿਵੇਂ ਇੱਕ ਬਲਵਿੰਦਰ ਸਿੰਘ ਪੋਸੀ ਨਾਂ ਦਾ ਨੌਜਵਾਨ ਸੀਗਾ ਹੁਸ਼ਿਆਰਪੁਰ ਏਰੀਏ ਦਾ, ਉਹਨਾਂ ਨੇ ਇਹਦੇ ਤੇ ਕੋਈ ਐਲੀਗੇਸ਼ਨ ਲਾ ਕੇ ਤੇ ਉੱਥੇ ਭੇਜੇ ਸੀ ਸਾਰਾ ਡੋਜ਼ੀਅਰ ਵਗੈਰਾ, ਤੇ ਉਹਨੂੰ ਉੱਥੇ ਕਨਵਿਕਸ਼ਨ ਵੀ ਹੋਈ ਆ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਨਾਂ ਦੇ ਉੱਤੇ। ਉਹਨੂੰ ਉੱਥੋਂ ਅਰੈਸਟ ਵੀ ਕੀਤਾ ਗਿਆ, ਉਹਨੂੰ ਕਨਵਿਕਸ਼ਨ ਵੀ ਹੋਈ, ਸ਼ਾਇਦ ਲਾਈਫ ਸੈਂਟੈਂਸ ਜਾਂ 20-25 ਸਾਲ ਹੋਈ। ਜ਼ਿਆਦਾ ਡਿਟੇਲ ਮੇਰੇ ਕੋਲ ਹੈ ਨਹੀਂ, ਪਰ ਇਨੀਸ਼ੀਅਲ ਮੈਂ ਨਿਊਜ਼ ਪੜ੍ਹੀ ਸੀਗੀ। ਸੋ ਜੇ ਇਸ ਤਰ੍ਹਾਂ ਦੀ ਗੱਲ ਹੈਗੀ ਆ ਤਾਂ ਫਿਰ ਇਹਨਾਂ ਨੂੰ ਸਾਰਾ ਉਹ ਬਣਾ ਕੇ ਤੇ ਉੱਥੇ ਭੇਜਣਾ ਚਾਹੀਦਾ। ਤੇ ਅਮਰੀਕਾ ਤਾਂ 9/11 ਤੋਂ ਬਾਅਦ ਉਹ
ਬਿਲਕੁਲ ਹੀ 0% ਟੋਲਰੈਂਸ ਹੈ ਟੈਰਰ ਐਕਟੀਵਿਟੀਜ਼ ਦੇ ਲਈ, ਤਾਂ ਫਿਰ ਉਹ ਕਿਉਂ ਨਹੀਂ ਕਾਰਵਾਈ ਕਰ ਰਹੇ? ਨਹੀਂ, ਗੁਰਪਤਵੰਤ ਪੰਨੂ ਦਾ ਤੁਸੀਂ ਜ਼ਿਕਰ ਕੀਤਾ। ਹਾਂਜੀ। ਜਿਸ ਤਰੀਕੇ ਦੀ ਉਹ ਸ਼ਬਦਾਵਲੀ ਵਰਤਦੇ, ਉਹਨਾਂ ਦੇ ਵੀਡੀਓਸ ਆਉਂਦੇ ਆ, ਤੁਹਾਨੂੰ ਲੱਗਦਾ ਕਿ ਉਹ ਠੀਕ ਟਰੈਕ ਨਹੀਂ, ਮੈਂ ਸਾਰੀਆਂ ਗੱਲਾਂ ਨਾਲ ਨਹੀਂ ਸਹਿਮਤ। ਮੈਂ ਹਰੇਕ ਬੰਦੇ ਦਾ ਆਪਣਾ ਅੰਦਾਜ਼ ਤੇ ਆਪਣਾ ਉਹ ਹੁੰਦਾ ਹੈਗਾ, ਕੋ ਬਹੁਤ ਹੀ ਸ਼ਬਦਾਵਲੀ ਨਾਲ ਮੈਂ ਸਹਿਮਤ ਨਹੀਂ। ਮੈਂ ਤਾਂ ਯਾਨੀ ਕਿ ਜਿੱਦਾਂ ਹੁਣ ਝੰਡਾ ਲਾ ਦਿਓ ਤੇ ਲਾ ਦਿਓ, ਉਹ ਗੱਲਾਂ ਵੀ ਮੈਂ ਪਰਸਨਲੀ ਤੌਰ ਤੇ ਉਹਦੇ ਖਿਲਾਫ ਹਾਂ। ਕਿ ਹਰੇਕ ਨੂੰ ਆਪਣਾ ਝੰਡਾ ਪਿਆਰਾ ਹੁੰਦਾ, ਅਸੀਂ ਕਿਸੇ ਦਾ ਲਾ ਕੇ ਜਾਂ ਸਾੜ ਕੇ ਆਪਣਾ ਚਾੜੀਏ, ਅਸੀਂ ਆਪਣਾ ਉੱਚਾ ਕਰੀਏ, ਅਸੀਂ ਕਿਸੇ ਦਾ ਕਿਉਂ ਲਾਈਏ? ਇਹ ਸਾਡੇ ਗੁਰੂ ਗੋਬਿੰਦ ਸਿੰਘ ਦੇ ਖਾਲਸਾਈ ਸਿਧਾਂਤ ਨਹੀਂ ਹੈਗੇ ਵੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਹਮ ਨੀਚਨ ਕੀ ਰੀਸ ਨਾ ਹੈ। ਜੇ ਕੋਈ ਗਲਤ ਕਰਦਾ, ਜੇ ਸਾਡਾ ਨਿਸ਼ਾਨ ਸਾਹਿਬ ਕਿਸੇ ਨੇ ਸਾੜਿਆ, ਇਹਦਾ ਮਤਲਬ ਇਹ ਨਹੀਂ ਵੀ ਅਸੀਂ ਵੀ ਉਹਨਾਂ ਤੋਂ ਸਿੱਖਿਆ ਲੈ ਕੇ ਉਹਨਾਂ ਦੇ ਨਿਸ਼ਾਨਾਂ ਨੂੰ ਇੱਦਾਂ ਕਰੀਏ। ਅਸੀਂ ਇੱਜ਼ਤ ਨਹੀਂ ਦੇਣੀ, ਨਾ ਦਿਓ, ਪਰ ਅਸੀਂ ਕਿਸੇ ਦੀ ਬੇਇੱਜ਼ਤੀ ਨਾ ਕਰੀਏ। ਇਹ ਬਹੁਤ ਸਪੈਸ਼ਲ ਰੈਫਰੈਂਸ ਇਹਦੇ 'ਚ ਮੈਂ ਦਿੰਦਾ ਹੁੰਦਾ। ਇੱਕ ਹਾਲੀਵੁੱਡ ਦੀ ਫਿਲਮ ਆ ਉਮਰ ਮੁਖਤਾਰ, ਲਾਇਨ ਆਫ ਡੈਜ਼ਰਟ, ਇਹ ਜਿਹੜਾ ਲੀਬੀਆ ਦਾ ਰੈਵੋਲੂਸ਼ਨਰੀ ਸੀਗੀ, ਉਹ ਫਿਲਮ ਦੇ ਵਿੱਚ ਇੱਕ ਦ੍ਰਿਸ਼ਟਾਂਤ ਆਉਂਦਾ। ਮੈਂ ਬਹੁਤ ਵਾਰ ਫਿਲਮ ਦੇਖੀ, ਉਹ 40-50 ਵਾਰ ਦੇਖੀ ਹੋਣੀ ਹੈ। ਉਹਦੇ ਵਿੱਚ ਉਹ ਯਾਨੀ ਕਿ ਉਹਦਾ ਮੁਸਲੋਨੀ ਦਾ ਝੰਡਾ ਇੱਕ ਉਹਦਾ ਲਾ ਕੇ ਲਿਆਉਂਦਾ ਤੇ ਸਾੜਨ ਲੱਗਦਾ, ਤੇ ਉਹਨੂੰ ਇੱਕ ਉਹਨਾਂ ਦਾ ਲਿeutenant ਜਿਹੜਾ ਬਚ ਜਾਂਦਾ, ਉਹ ਛੋਟੀ ਉਮਰ ਦਾ ਹੁੰਦਾ, ਤੇ ਉਮਰ ਮੁਖਤਾਰ ਉਹਨੂੰ ਆਪਣੇ ਚੇਲੇ ਨੂੰ ਕਹਿੰਦਾ ਵੀ ਨਹੀਂ, ਕਹਿੰਦਾ ਇਹ ਨਹੀਂ ਕਰਨਾ, ਕਹਿੰਦਾ ਇਹ ਸਾਡੀਆਂ ਧੀਆਂ ਭੈਣਾਂ ਦਾ ਮਾੜਾ ਕਰਦੇ ਆ, ਸਾਡੀ ਬੇਇੱਜ਼ਤੀ ਕਰਦੇ ਆ, ਕਹਿੰਦਾ ਨਹੀਂ ਨਹੀਂ, ਦੇ ਆਰ ਨਾਟ ਆਵਰ ਟੀਚਰਸ। ਸੋ ਜੋ ਸਾਡੇ ਸਿਧਾਂਤ ਆ, ਅਸੀਂ ਉੱਥੇ ਖੜ੍ਹ ਕੇ ਆਪਣੀ ਲੜਾਈ ਦਈਏ, ਨਾ ਕਿ ਉਹਨਾਂ ਦੇ ਨੀਚ ਸਿਧਾਂਤਾਂ ਦੇ ਆਧਾਰ ਦੇ ਉੱਤੇ ਆਪਣੇ ਆਪ ਨੂੰ ਕਾਇਮ ਕਰੀਏ। ਸੋ ਉਮਰ ਮੁਖਤਾਰ ਉਹਨੂੰ ਕਹਿੰਦਾ, ਉਹਨੂੰ ਝੰਡਾ ਇਕੱਠਾ ਕਰਕੇ ਉਹਨਾਂ ਦਾ ਕਹਿੰਦਾ, ਮਿਸਟਰ ਉਹਨੂੰ ਲਿeutenant ਨੂੰ ਕਹਿੰਦਾ, ਲੈ ਜਾ ਆਪਣੇ ਜਨਰਲ ਨੂੰ ਕਹੀਂ ਵੀ ਅਸੀਂ ਤੇਰੇ ਤੋਂ ਸਿੱਖਿਆ ਕੁਝ ਨਹੀਂ ਗਾ, ਸਾਡੇ ਆਪਣੇ ਸਿਧਾਂਤ ਹੈਗੇ। ਸੋ ਸਿੱਖੀ ਸਿਧਾਂਤ, ਗੁਰੂ ਦੇ ਸਿਧਾਂਤ ਬਹੁਤ ਉੱਚੇ ਆ, ਸਾਨੂੰ ਉਹਨਾਂ ਦੇ ਖੜ੍ਹ ਕੇ ਪਹਿਰਾ ਦੇਣਾ ਚਾਹੀਦਾ। ਤੇ ਲੜਾਈ ਜਿੱਡੀ ਮਰਜ਼ੀ ਵੱਡੀ ਹੋਵੇ, ਸਾਨੂੰ ਆਪਣਾ ਸਿਧਾਂਤ ਨਹੀਂ ਛੱਡਣਾ ਚਾਹੀਦਾ। ਸਿੱਖ ਤਾਂ ਇੱਕ ਬ੍ਰਾਹਮਣ ਦੀ ਕੁੜੀ ਨੂੰ ਬਚਾਉਣ ਵਾਸਤੇ ਹਜ਼ਾਰਾਂ ਜਿਹੜੇ ਸਿੱਖ ਆ ਉਹ ਸ਼ਹੀਦ ਹੋ ਸਕਦੇ ਆ, ਪਰ ਆਪਣਾ ਸਿਧਾਂਤ ਨਹੀਂ ਛੱਡ ਸਕਦੇ। ਸੋ ਗੁਰਪਤਵੰਤ ਪੰਨੂ ਵੱਡੇ ਭਾਜੀ ਆ ਸਾਡੇ, ਹੈ ਨਾ, ਵਕੀਲ ਆ, ਸੀਨੀਅਰ ਆ। ਮੈਂ ਤਾਂ ਇਹੀ ਕਹਿ ਸਕਦਾ, ਮੈਂ ਕੋਈ ਉਹਨਾਂ ਨੂੰ ਸੰਦੇਸ਼ ਜਾਂ ਇਹ ਨਹੀਂ ਕਹਿ ਸਕਦਾ, ਪਰ ਮੈਂ ਇਹ ਸਮਝਦਾ ਵੀ ਸਿੱਖੀ ਸਿਧਾਂਤਾਂ 'ਤੇ ਖੜ੍ਹ ਕੇ ਹੀ ਸਾਨੂੰ ਜਿਹੜੀ ਆ ਲੜਾਈ ਆ, ਜੇ ਵੱਖਰੇ ਰਾਜ ਦੀ ਵੀ ਤੁਸੀਂ ਗੱਲ ਕਰਦੇ ਹੋ, ਤੇ ਸਾਨੂੰ ਆਪਣੀ ਸਿੱਖੀ ਸਿਧਾਂਤਾਂ 'ਤੇ ਖੜ੍ਹ ਕੇ ਦੇਣੀ ਚਾਹੀਦੀ। ਸਾਨੂੰ ਜੋ ਸਾਡੇ ਨਾਲ ਦੁਸ਼ਮਣ ਦੇ ਤੌਰ ਤੇ ਤੁਸੀਂ ਸਮਝਦੇ ਹੋ ਵੀ ਹੋਇਆ, ਅਸੀਂ ਵੀ ਉੱਦਾਂ ਕਰੀਏ। ਜੇ ਸਾਡੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਹੋਏ 84 'ਚ, ਇਹ ਅਸੀਂ ਮਤ ਕਰੀਏ ਵੀ ਅਸੀਂ ਵੀ ਹੁਣ ਉਹਨਾਂ ਦੀ ਜਦੋਂ ਸਾਡਾ ਮੌਕਾ ਲੱਗੇ ਤੇ ਅਸੀਂ ਧੀਆਂ ਭੈਣਾਂ ਨਾਲ ਕਰੀਏ। ਇਹ ਸਾਡਾ ਕਰਤਾਰ ਨਹੀਂ ਹੈਗਾ। ਸੋ ਉਹ ਉਹਨਾਂ ਦਾ ਆਪਣਾ ਢੰਗ ਹੈਗਾ, ਉਹ ਕਿਉਂਕਿ ਵੈਸਟਰਨ ਉਹਦੇ ਵਿੱਚ ਆ, ਵੈਸਟ ਦੇ ਥੋਟ ਇਦਾਂ ਦੀ ਹੈਗੀ ਆ, ਤਾਂ ਸੋ ਉਸੇ ਮੁਤਾਬਕ ਚੱਲ ਰਹੇ। ਉਹ ਉਹਨਾਂ ਨੂੰ ਮੁਬਾਰਕ ਆ, ਉਹ ਕਾਮਯਾਬ ਹੋਣ ਜੇ ਉਹਨਾਂ ਨੂੰ ਲੱਗਦਾ ਵੀ ਰੈਫਰੈਂਡਮ ਦੇ ਰਾਹੀਂ ਹੋਵੇ, ਤੇ ਉਹਨਾਂ ਦੀ ਆਪਣੀ ਸੋਚ ਆ, ਮੁਬਾਰਕ ਆ। ਪਰ ਜਿਹੜਾ ਹੁਣ ਟੈਰਰ ਟੈਗ ਲਾ ਕੇ ਕਰਨਾ, ਉਹ ਵੀ ਗਲਤ ਹੈਗਾ। ਉਸ ਤਰ੍ਹਾਂ ਨਹੀਂ ਹੈਗਾ ਜਿਸ ਤਰ੍ਹਾਂ ਹੋਣਾ ਚਾਹੀਦਾ, ਕੁਛ ਨਾ ਕੁਛ ਹੈਗਾ। ਪਰ ਗਲਤੀ ਮੈਂ ਸਮਝਦਾ ਇੰਡੀਅਨ ਸਟੇਟ ਦੀ ਹੈਗੀ ਆ, ਜਿਹੜੀ ਜਿਨ੍ਹਾਂ ਨੇ ਸ਼ੁਰੂਆਤ ਕੀਤੀ, ਕਿਉਂਕਿ ਜਿਹੜਾ ਸਰਕਾਰ ਹੁੰਦੀ ਆ ਉਹਨੇ ਹੀ ਪਹਿਲ ਕਰਨੀ ਹੁੰਦੀ ਹੈ ਹਰੇਕ ਕੰਮ 'ਚ, ਭਾਵੇਂ ਜ਼ੁਲਮ ਕਰਨ ਦੇ ਵਿੱਚ, ਭਾਵੇਂ ਉਹ 'ਤੇ ਮਲਮ ਲਾਉਣ ਦੇ ਵਿੱਚ। ਇੰਡੀਅਨ ਸਰਕਾਰ ਨੇ ਸਿੱਖਾਂ ਦੇ ਜ਼ੁਲਮਾਂ ਜ਼ਖਮਾਂ ਨੂੰ ਉਚੇੜਨ ਦੇ ਵਿੱਚ ਜਾਂ ਉਹ 'ਚ ਲੂਣ ਭੁੱਕਣ ਦੇ ਵਿੱਚ ਹਮੇਸ਼ਾ ਪਹਿਲ ਕਦਮੀ ਕੀਤੀ ਹੈ, ਉਹ 'ਤੇ ਮਲਮ ਲਾਉਣ ਲਈ ਕਦੀ ਕੋਈ ਕੰਮ ਨਹੀਂ ਕੀਤਾ। ਤੁਸੀਂ ਖਾਲਿਸਤਾਨ ਦੇ ਹਮਾਇਤੀ? ਬਿਲਕੁਲ ਹਮਾਇਤੀ ਹਾਂ। ਇੱਥੇ ਇੰਡੀਆ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਸਾਡਾ ਸਿਸਟਮ ਨਿਆਂ ਨਹੀਂ ਦਿੰਦਾ ਗਾ। ਬਿਲਕੁਲ ਨਹੀਂ ਦਿੰਦਾ ਜੀ ਨਿਆਂ। ਤੇ ਤੁਸੀਂ ਉਸੇ ਸਿਸਟਮ ਦੇ ਵਿੱਚ ਰਹਿ ਕੇ ਉਹਨਾਂ ਲਈ ਲੜਾਈਆਂ ਲੜਦੇ ਪਏ ਹੋ। ਬਿਲਕੁਲ। ਉਹ ਦੇਖੋ, ਇਹ ਜਿਹੜਾ ਸਿਸਟਮ ਹੈਗਾ, ਜਿਹਦੇ 'ਚ ਇੱਕ ਲੀਗਲ ਸਿਸਟਮ ਹੈਗਾ, ਇਹ ਅੰਗਰੇਜ਼ ਦਾ ਬਣਾਇਆ ਹੋਇਆ। ਇਹ ਜਿਹੜੀ ਸਟੇਟ ਹੈਗੀ, ਇੰਡੀਅਨ ਸਟੇਟ, ਇਹਦੀ ਤਾਂ ਲੀਗੇਸੀ ਆਫ ਬ੍ਰਿਟਿਸ਼ ਰੂਲ ਆ। 1935 ਦਾ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਹੈਗਾ, ਉਹੀ ਇੰਡੀਅਨ ਕਨਸਟੀਟਿਊਸ਼ਨ ਹੈਗਾ। ਜਿਹੜਾ 1860 'ਚ ਆਈਪੀਸੀ ਬਣੀ ਸੀ, ਉਹੀ ਆਈਪੀਸੀ ਐਵੀਡੈਂਸ ਐਕਟ। ਨਹੀਂ, ਸਵਾਲ ਹੈ, ਜੇ ਤੁਹਾਨੂੰ ਯਕੀਨ ਨਹੀਂ ਹੈਗਾ ਤੇ ਫਿਰ ਤੁਸੀਂ ਉਸੇ ਸਿਸਟਮ ਦੇ ਵਿੱਚ ਬਹਿ ਕੇ ਲੜਾਈ ਲੜਦੇ ਨਹੀਂ। ਇਹ ਸਵਾਲ ਸਿਮਰਨ ਮਾਨ ਹਰਾਂ ਕੋਲ ਵੀ ਉੱਠਦਾ। ਨਹੀਂ, ਉਹਨਾਂ ਨੂੰ ਪੁੱਛਿਆ ਜਾਂਦਾ ਸੰਵਿਧਾਨ ਨੂੰ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਹੋ, ਕਹਿੰਦੇ ਸਾਨੂੰ ਮਜਬੂਰੀ 'ਚ ਮੰਨਣਾ ਪੈਂਦਾ। ਨਹੀਂ, ਦੇਖੋ, ਇਹ ਕਿਉਂਕਿ ਇਹ ਸੰਵਿਧਾਨ ਸਾਡੀ ਵਿਲੱਖਣ ਹੋਂਦ ਨੂੰ ਨਹੀਂ ਮੰਨਦਾ। ਇਹ ਸੰਵਿਧਾਨ, ਜੇ ਤੁਸੀਂ ਲੀਗਲ ਦੀ ਲੜਾਈ ਕਰਦੇ ਹੋ ਤੇ ਫਿਰ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ ਬੜੇ ਵੱਡੇ ਵਕੀਲ ਸੀ, ਉਹ ਫਿਰ ਉਹਨਾਂ ਨੂੰ ਵੀ ਤੁਸੀਂ ਨਗੇਟ ਕਰੋ। ਉਹਨਾਂ ਨੇ ਲਾ ਕਿੱਥੋਂ ਕੀਤੀ, ਤੇ ਉਹ ਪ੍ਰੈਕਟਿਸ ਕਰ ਰਹੇ ਸੀਗੇ ਆਪਣੇ। ਮਹਾਤਮਾ ਗਾਂਧੀ ਜਿਹੜੇ ਭਾਰਤ ਦੇ ਨੇਸ਼ਨ ਫਾਦਰ ਕਿਹਾ ਜਾਂਦਾ, ਫਾਦਰ ਆਫ ਨੇਸ਼ਨ ਆ, ਤਾਂ ਸੋ ਉਹ ਵਕੀਲ ਸੀਗੇ। ਸੋ ਵਕੀਲ ਦਾ ਕੰਮ ਜਿਹੜਾ ਵਿਦਨ ਸਿਸਟਮ ਵੀ ਹੈ, ਉਹਨੂੰ ਸੁਧਾਰਨਾ ਵੀ ਹੈਗਾ, ਉਹਦੇ ਵਿੱਚ ਰਹਿ ਕੇ ਵੀ ਕੰਮ ਕਰਨਾ ਹੈਗਾ। ਕਾਮਯਾਬੀ ਮਿਲ ਜੂਗੀ, ਸਿਸਟਮ ਸੁਧਾਰ ਲਓਗੇ ਤੁਸੀਂ? ਦੇਖੋ, ਇਹ ਤਾਂ ਅਕਾਲ ਪੁਰਖ ਪਰਮਾਤਮਾ ਜਾਣਦਾ ਹੈਗਾ ਵੀ ਕਾਮਯਾਬੀ ਕਿਹਨੂੰ ਦੇਣੀ ਹੈ, ਕਿਹਨੂੰ ਨਹੀਂ ਦੇਣੀ। ਇਹ ਤਾਂ ਦਿਨ ਰਾਤ ਦੇ ਵਿੱਚ ਹੀ ਅੱਖ ਪਲਕ ਝਪਕਦੇ ਵੀ ਕੁਛ ਨਾ ਕੁਛ ਹੋ ਸਕਦਾ।
ਦੁਨੀਆ ਦੇ ਨਕਸ਼ੇ ਬਦਲਦੇ ਰਹੇ ਤੇ ਬਦਲਦੇ ਰਹਿਣਗੇ। ਮੰਝਪੁਰ ਦੇ ਪੈਰ ਵਾਪਸ ਤਾਂ ਨਹੀਂ ਮੁੜ ਜਾਣਗੇ? ਨਹੀਂ, ਅਜੇ ਤੱਕ ਤਾਂ ਲਿਮਿਟੇਸ਼ਨ ਆਪਣੀ ਹੈਗੀ ਹੈ ਜੀ। ਜੇ ਵੀ ਕੰਮ ਨਹੀਂ ਕਰਨ ਦੇਣਗੇ ਫਿਰ ਪਤਾ ਨਹੀਂ ਕੀ ਕਰਾਂਗੇ, ਉਹ ਵਾਹਿਗੁਰੂ ਜਾਣਦਾ। ਕਦੇ ਦਿਲ ਕਰਦਾ ਕਿ ਵਾਪਸ ਸਿਆਸਤ ਚੱਲ ਜਾਵਾਂ? ਨਹੀਂ, ਅਜੇ ਤੱਕ ਤਾਂ ਨਹੀਂ ਕਰਦਾ। ਅਜੇ ਤਾਂ ਹੁਣ ਕੇਸੀ ਜਿਸ ਤਰ੍ਹਾਂ ਦੇ ਹੈਗੇ ਆ, ਤੇ ਹਰੇਕ ਬੰਦੇ ਦਾ ਹਰੇਕ ਸਮੇਂ ਦਾ ਇੱਕ ਆਪਣੀ ਕੰਮ ਕਰਨ ਦਾ ਤਰੀਕਾ ਅੰਦਾਜ਼ ਹੁੰਦਾ, ਉਮਰ ਦੇ ਹਿਸਾਬ ਦੇ ਨਾਲ ਤੇ ਉਮਰ ਦੀ ਵਾਧੇ ਨਾਲ ਵੀ ਉਹ ਬਦਲਦਾ ਹੈਗਾ। ਜਦੋਂ 20-25 ਸਾਲ ਤੱਕ ਬੰਦਾ ਜ਼ਿਆਦਾ ਜੋਸ਼ੀਲਾ ਹੁੰਦਾ, ਮੈਨੂੰ ਯਾਦ ਆ 2004 'ਚ ਅਕਾਲ ਤਖਤ ਸਾਹਿਬ ਤੇ ਖਾਲਸਤਾਨ ਜਿੰਦਾਬਾਦ ਦੇ ਨਾਅਰੇ ਲਾਉਣ ਵਾਲਾ ਮੈਂ ਹੀ ਸੀ, ਤੇ ਉਸ ਤੋਂ ਪਹਿਲਾਂ ਲੱਗੇ ਨਹੀਂ ਸੀ ਕਦੀ ਵੀ। ਤੇ ਉਦੋਂ ਉਮਰ ਸੀ। ਹੁਣ ਮੈਂ ਕਹਾਂ ਵੀ ਮੈਂ ਹਰੇਕ ਚੌਂਕ 'ਚ ਜਾ ਕੇ ਨਹੀਂ, ਹੁਣ ਜਿਹੜੇ ਨੌਜਵਾਨ ਆ ਉਹਨਾਂ ਦੇ ਆਪਣੇ ਜਜ਼ਬਾਤ ਆ। ਹਰੇਕ ਉਮਰ ਦੇ ਇੱਕ ਹਿਸਾਬ ਦੇ ਨਾਲ 25 ਸਾਲ, 25 ਤੋਂ 50, 50 ਤੋਂ 75 ਸਾਡੇ ਇੱਕ ਸੋਸ਼ਲ ਸਿਸਟਮ ਦੇ ਵਿੱਚ ਉਮਰ ਨੂੰ ਵੰਡਿਆ ਹੁੰਦਾ। ਬੰਦੇ ਦੇ ਵਿੱਚ ਕਾਫੀ ਚੇਂਜਿਸ ਆਉਂਦੀਆਂ, ਪਰ ਕੋਰ ਦੇ ਵਿੱਚ ਤਾਂ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ, ਬੇਗਮਪੁਰਾ ਸਾਡਾ ਸਮਾਜ ਹੋਵੇ, ਹਲੇਮੀ ਰਾਜ ਜਿਹੜਾ ਗੁਰੂ ਸਾਹਿਬ ਨੇ ਤਸੱਵਰ ਕੀਤਾ ਹੈਗਾ, ਉਹ ਅਸੀਂ ਚਾਹੁੰਦੇ ਹੀ ਆ ਉਹ ਸੁਧਾਰ ਦੇ ਰੂਪ ਦੇ ਵਿੱਚ ਹੋ ਜਾਵੇ ਜਾਂ ਉਹ ਕ੍ਰਾਂਤੀਕਾਰੀ ਰੂਪ ਦੇ ਵਿੱਚ ਹੋਵੇ। ਉਹ ਤਾਂ ਦੋਨੇ ਧਰਾਵਾਂ ਚੱਲਦੀਆਂ ਰਹਿੰਦੀਆਂ, ਜਿਵੇਂ ਇੰਡੀਅਨ ਫਰੀडम ਸਟਰਗਲ ਦੇ ਵਿੱਚ ਵੀ ਚੱਲਦੀਆਂ ਸੀ ਤੇ ਹੁਣ ਵੀ ਚੱਲ ਰਹੀਆਂ। ਤੁਸੀਂ ਉਮਰ ਦੇ ਪੜਾਅ ਦਾ ਜ਼ਿਕਰ ਕੀਤਾ, ਤੁਹਾਨੂੰ ਕਦੇ ਕਿਸੇ ਨੇ ਕਿਹਾ ਨਹੀਂ ਉਮਰ ਤੋਂ ਵੱਡੀਆਂ ਗੱਲਾਂ ਕਰਦਾ ਮੰਝਪੁਰ, ਜਾਂ ਉਮਰ ਤੋਂ ਜ਼ਿਆਦਾ? ਹਾਂਜੀ ਬੋਲੋ। ਉਹ ਕਈ ਵਾਰੀ ਜੱਜਿਸ ਵੀ ਕਹਿ ਦਿੰਦੇ ਜਦੋਂ ਫਿਰ ਡੇਟ ਆਫ ਬਰਥ ਪੁੱਛਦੇ ਆ, ਉਹ ਯਾਨੀ ਕਿ ਹੁਣ ਦਾੜਾ ਚਿੱਟਾ ਪ੍ਰਕਾਸ਼ ਦੇਖ ਕੇ ਉਹਨਾਂ ਦਾ ਵੀ 50, 55, 60 ਸਾਲ ਦਾ ਬੰਦਾ ਹੋਊਗਾ। ਜਾਂ ਕਈ ਬੰਦੇ ਸਮਝਦੇ ਵੀ ਦਲਜੀਤ ਸਿੰਘ ਬਿੱਟੂ ਹੁਣਾਂ ਨਾਲ ਉਦੋਂ ਦਾ ਹੀ ਚੱਲਿਆ ਹੋਇਆ ਹੈ ਨਾ, ਬਾਅਦ 'ਚ ਵਕੀਲ ਬਣ ਗਿਆ, ਪਹਿਲਾਂ ਖਾੜਕੂ ਵੀ ਰਿਹਾ। ਤੇ ਫਿਰ ਜਦੋਂ ਮੈਂ ਡੇਟ ਆਫ ਬਰਥ ਦੱਸਦਾ ਮੈਂ ਤਾਂ 1980 ਦਾ ਮੇਰਾ ਬਰਥ ਆ, 6 ਜੂਨ ਦਾ। ਤੇ ਫਿਰ ਉਹ ਕਹਿੰਦੇ ਇੰਨੀ ਘੱਟ 43 ਸਾਲ ਉਮਰ। ਹੁਣ ਤਾਂ ਚਲੋ 43 ਸਾਲ ਕਾਫੀ ਹੁੰਦੀ ਆ, ਪਰ ਆਮ ਤੌਰ ਤੇ 55 ਕੁ ਸਾਲ ਦਾ ਮੈਨੂੰ ਮੰਨ ਲਿਆ। ਮੈਨੂੰ ਜਦੋਂ 2006 'ਚ ਇੱਕ ਆਰਮਜ਼ ਐਕਟ ਦਾ ਕੇਸ ਪਿਆ ਸੀਗਾ ਪਾਇਲ ਥਾਣੇ ਦਾ, ਤੇ ਉਦੋਂ ਮੈਨੂੰ ਪੁਲਿਸ ਵਾਲਿਆਂ ਨੇ ਕਿਹਾ ਨਹੀਂ ਵੀ ਤੇਤੇ ਪਟਿਆਲੇ ਦਾ ਇੱਕ ਕੇਸ ਆ 1990 ਦਾ। ਮੈਂ ਕਿਹਾ ਜੀ ਮੈਂ ਤਾਂ ਉਦੋਂ 10 ਸਾਲ ਦਾ ਸੀਗਾ, ਤੁਸੀਂ ਪਾਉਣਾ ਪਾ ਦਿਓ। ਕਹਿੰਦੇ ਡੇਟ ਆਫ, ਮੈਂ ਕਿਹਾ ਮੇਰੀ 1980 ਦੀ ਡੇਟ। ਉਹਨਾਂ ਨੇ ਮੰਨਿਆ ਨਹੀਂ। ਫਿਰ ਮੇਰੇ ਫਾਦਰ ਸਾਹਿਬ ਨੂੰ ਫੋਨ ਕਰਕੇ ਮੈਂ ਕਿਹਾ ਮੇਰੇ ਫਾਦਰ ਸਾਹਿਬ ਜਲੰਧਰ ਪੰਜਾਬ ਮੰਡੀ ਬੋਲ 'ਚ SDO ਆ, ਤੁਸੀਂ ਉਹਨਾਂ ਨੂੰ ਪੁੱਛਿਆ। ਮੈਂ ਨੰਬਰ ਦਿੱਤਾ। ਫਿਰ ਸ਼ਾਇਦ SP ਲੈਵਲ ਦੇ ਕਿਸੇ ਬੰਦੇ ਨੇ ਫਾਦਰ ਸਾਹਿਬ ਨਾਲ ਗੱਲ ਕੀਤੀ ਵੀ ਤੁਹਾਡਾ ਮੁੰਡਾ ਇਹ ਇਦਾਂ ਹੀ ਆ, ਸਾਰਾ ਕਲੀਅਰ ਕਰਕੇ। ਨਹੀਂ ਤੇ ਉਹ ਮੇਰੇ ਤੇ 2006 'ਚ 1990 ਦਾ ਆਰਮਜ਼ ਐਕਟ ਦਾ ਕੋਈ ਸਮਗਲਿੰਗ ਦਾ ਕੇਸ ਸੀ, ਕੋਈ ਰਿਕਵਰੀ ਦਾ ਸੀ, ਉਹ ਪਾਉਣ ਦੇ ਇੱਛਕ ਸੀਗੇ ਪਾਇਲਟਾਂ ਵਾਲੇ, ਸ਼ਕਲ ਦੇ ਜਾਂ ਫੇਸ ਇੰਪ੍ਰੈਸ਼ਨ ਤੋਂ ਦੇਖ ਕੇ। ਸੋ ਸਾਰਿਆਂ ਨੂੰ ਲੱਗਦਾ ਭੁਲੇਖਾ, ਪਰ ਚਲੋ ਮਹਾਰਾਜ ਨੇ ਜਿੱਦਾਂ ਦੀ ਮੱਤ ਬੁੱਧ ਬਖਸ਼ੀ ਉਹਦੇ ਹਿਸਾਬ ਨਾਲ ਹੀ ਕਰਦੇ ਹਾਂ ਜੀ। ਚਲੋ ਇੱਕ ਆਖਰੀ ਸਵਾਲ। ਹਾਂਜੀ, ਤੁਸੀਂ ਇੰਨੀ ਵਾਰੀ ਮੁਸ਼ਕਲਾਂ 'ਚ ਵੀ ਫਸੇ ਹੋ। ਇੱਕ ਵਾਰੀ ਤਾਂ ਤੁਹਾਡੇ ਨਾਲ ਗੱਲ ਚੱਲ ਰਹੀ ਸੀ ਤੇ ਤੁਹਾਨੂੰ ਥਾਣੇ ਲਿਜਾਇਆ ਜਾ ਰਿਹਾ ਸੀ। ਹਾਂਜੀ ਹਾਂਜੀ। ਬਾਰ ਕੌਂਸਲ ਵੀ ਤੁਹਾਡੇ ਨਾਲ ਨਹੀਂ ਖੜਦੀ ਫਿਰ? ਨਹੀਂ, ਬਾਰ ਕੌਂਸਲ ਇਸ ਵਾਰ ਜਦੋਂ ਹੁਣ ਇਸ ਵਾਰ ਖੜੀ ਸੀ? ਇਸ ਵਾਰ ਖੜੀ ਸੀ, ਹਾਂ। 2009 ਦੇ ਵਿੱਚ ਜਦੋਂ ਕੇਸ ਪਿਆ ਸੀ, ਉਦੋਂ ਮੈਂ ਪ੍ਰੈਕਟਿਸ ਸ਼ੁਰੂ ਲੁਧਿਆਣੇ ਕਰਨ ਲੱਗਾ ਸੀ ਜੂਨ ਦੇ ਵਿੱਚ, ਮੈਂਬਰਸ਼ਿਪ ਲਈ ਡਿਸਟ੍ਰਿਕਟ ਬਾਰ ਲੁਧਿਆਣੇ ਦੀ। ਤੇ ਅਗਸਤ 'ਚ ਕੇਸ ਪੈ ਗਿਆ ਸੀ, ਉਦੋਂ ਥੋੜ੍ਹੇ ਵਕੀਲ ਹੀ ਜਾਣਦੇ ਸੀ। ਉਸ ਤੋਂ ਬਾਅਦ ਤਾਂ ਬਾਰ ਹੁਣ 2018 'ਚ ਜਦੋਂ 18 ਮਾਰਚ ਨੂੰ ਸਾਰਾ ਦਮਨ ਚੱਕਰ ਹੋਇਆ, ਉਸ ਤੋਂ ਬਾਅਦ ਸੱਦਿਆ ਗਿਆ। ਤੇ ਬਾਰ ਦੇ ਸਾਡੇ ਪ੍ਰਧਾਨ ਚੇਤਨ ਵਰਮਾ ਜੀ ਹੈਗੇ ਆ, ਉਹਨਾਂ ਨੇ ਕਮਿਸ਼ਨਰ ਨਾਲ ਗੱਲ ਕੀਤੀ। ਸੀਨੀਅਰ ਪੱਤਰਕਾਰ ਤੁਹਾਡੇ ਵਰਗੇ ਭਰਾਵਾਂ ਨੇ ਵੀ ਕਮਿਸ਼ਨਰ ਨਾਲ ਗੱਲ ਕੀਤੀ ਵੀ ਦੱਸੋ ਵਕੀਲ ਨੇ ਕੀ ਕੀਤਾ, ਵੀ ਉਹਨੇ ਪੈਰਵਾਈ ਕਰਨੀ ਆ। ਸੋ ਉਹ ਬਾਰ ਦੀ ਤੇ ਪੱਤਰਕਾਰ ਭਾਈਚਾਰੇ ਦੀ ਕਰਕੇ ਉਹਨਾਂ ਜਾਨ ਦੇ ਪਾ ਦਿੰਦੇ 57, 5-4 ਦਿਨ ਰਹਿ ਵੀ ਜਾਂਦੇ। ਮੈਂ ਤਾਂ ਕਿਹਾ ਸੀ SHO ਨੂੰ, ਮੈਂ ਕਿਹਾ ਮੈਨੂੰ ਕੋਈ ਟੈਨਸ਼ਨ ਨਹੀਂ, ਮੈਂ 4 ਕਲਾਇੰਟ ਅੰਦਰੋਂ ਲੈ ਕੇ ਹੀ ਆਊਂਗਾ, ਮੇਰਾ ਨੁਕਸਾਨ ਨਹੀਂ ਹੋਣਾ। ਹਾਂ, ਕੁਛ ਦਿਨ ਦਾ ਮੇਰਾ ਕੇਸਾਂ ਦੀ ਐਕਸਪੀਰੀਅੰਸ ਤੋਂ ਨੁਕਸਾਨ ਹੋ ਜਾਊਗਾ, ਪਰ ਮੈਂ 5 ਬੰਦੇ ਨਾਲ ਕੇਸ ਲੈ ਕੇ ਹੀ ਆਊਂਗਾ, ਤੁਸੀਂ ਮੇਰਾ ਫਾਇਦਾ ਹੀ ਕਰੋਗੇ, ਕੋਈ ਗੱਲ ਨਹੀਂ। ਚਲੋ ਬਹੁਤ ਧੰਨਵਾਦ ਜਸਪਾਲ ਸਿੰਘ ਮੰਝਪੁਰ, ਤੁਸੀਂ ਵਕਤ ਕੱਢਿਆ। ਧੰਨਵਾਦ ਤੁਹਾਡਾ। ਇਹ ਸਨ ਜਸਪਾਲ ਸਿੰਘ ਮੰਝਪੁਰ। ਤੁਸੀਂ ਇਹਨਾਂ ਨੂੰ ਸੁਣ ਲਿਆ, ਇਹਨਾਂ ਨੇ ਬੜੇ ਬੇਬਾਕੀ ਨਾਲ ਜਵਾਬ ਦਿੱਤੇ ਹੈ ਤੇ ਮੈਨੂੰ ਲੱਗਦਾ ਕਿ ਉਹ ਸਾਰੀ ਸਥਿਤੀ ਸਪਸ਼ਟ ਹੋ ਗਈ ਤੁਹਾਡੇ ਜ਼ਿਹਨ ਦੇ ਵਿੱਚ ਜਿਹੜੇ ਸਵਾਲ ਸੀ। ਇਹਨਾਂ ਨੇ ਹਰ ਮੁੱਦੇ ਦੇ ਉੱਤੇ ਆਪਣੀ ਸਾਫ਼ ਕੋਈ ਨਾਲ ਚੀਜ਼ਾਂ ਰੱਖ ਦਿੱਤੀਆਂ ਨੇ। ਜੇ ਇਹਨਾਂ ਤੇ ਫਿਰ ਵੀ ਸ਼ੱਕ ਹੈਗਾ ਤੇ ਕਹਿੰਦੇ ਮੈਨੂੰ ਜੇਲ੍ਹ ਪਾ ਦਿਓ ਤੇ ਜੇਲ੍ਹ ਦੇ ਵਿੱਚੋਂ ਮੈਂ ਉਹਦੇ ਕਲਾਇੰਟ ਲੈ ਆਊਂਗਾ। ਤੇ ਨਾਲ ਇਹ ਕਹਿੰਦੇ ਆ ਕਿ ਜੇ ਜੇਲ੍ਹ ਜਾਣ ਦੇ ਨਾਲ ਜੇ ਮੇਰੇ ਕੰਮ ਦੇ ਉੱਤੇ ਕੋਈ ਅਸਰ ਪੈਂਦਾ ਤਾਂ ਉਹਦੇ ਨਾਲ ਮੇਰੇ ਕਲਾਇੰਟ ਹੋਰ ਆ ਜਾਣਗੇ। ਬਹੁਤ ਸਾਰੇ ਸਵਾਲ ਜਸਪਾਲ ਸਿੰਘ ਮੰਝਪੁਰ ਤੇ ਉੱਠਦੇ ਸੀਗੇ ਤੇ ਜਸਪਾਲ ਸਿੰਘ ਮੰਝਪੁਰ ਹੋਰਾਂ ਤੋਂ ਅਸੀਂ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ। NIA UAPA ਦੇ ਜਿਹੜੇ ਬਹੁਤ ਸਾਰੇ ਕੇਸਿਸ ਹੈਗੇ ਪੰਜਾਬ ਨਾਲ ਸੰਬੰਧਿਤ ਹੈਗੇ ਆ, ਉਹਨਾਂ ਕੇਸਾਂ ਦੀ ਪੈਰਵਾਈ ਕਰਦੇ ਪਏ ਆ। ਇਹਨਾਂ ਨੂੰ ਕਿੰਨੀ ਸਫਲਤਾ ਮਿਲਦੀ ਹੈ ਸਾਨੂੰ ਨਹੀਂ ਪਤਾਗਾ, ਪਰ ਜਸਪਾਲ ਸਿੰਘ ਮੰਝਪੁਰ ਨੇ ਜੋ ਬੇਬਾਕੀ ਨਾਲ ਜਵਾਬ ਦਿੱਤੇ ਉਹਨਾਂ ਵਿੱਚੋਂ ਇੱਕ ਚੀਜ਼ ਸਾਫ਼ ਹੈਗੀ ਹੈ, ਜਸਪਾਲ ਸਿੰਘ ਮੰਝਪੁਰ ਲੰਮੇ ਸਮੇਂ ਤੱਕ ਵਕੀਲ ਨਹੀਂ ਬਣੇ ਰਹਿਣਗੇ। ਇਹਨਾਂ ਦਾ ਰਸਤਾ ਦੁਬਾਰਾ ਸਿਆਸਤ ਵੱਲ ਜਾ ਸਕਦਾ, ਜੇ ਨਹੀਂ ਗਿਆ ਤਾਂ ਦੁਬਾਰਾ ਇੰਟਰਵਿਊ ਵਕੀਲ ਦੇ ਤੌਰ ਤੇ ਫਿਰ ਕਰਾਂਗੇ। ਬਹੁਤ ਧੰਨਵਾਦ।